ਭਾਵੇਂ ਅਸੀਂ ਭਗਵੰਤ ਮਾਨ ਦੀ ਗੱਲ ਲਈਏ, ਭਾਵੇਂ ਅਸੀਂ ਸੁਖਪਾਲ ਖਹਿਰਾ ਦੀ ਗੱਲ ਲਈਏ, ਭਾਵੇਂ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਲਈਏ, ਹੈ ਨਾ, ਕਿ ਲੋਕਾਂ ਨੇ ਭਗਵੰਤ ਮਾਨ ਨੂੰ ਜਿਤਾਇਆ, ਉਸ ਤੋਂ ਬਾਅਦ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਖਿਲਾਫ ਹੋ ਗਏ। ਭਗਵੰਤ ਮਾਨ ਨੇ ਜਿੰਨਾ ਪਾਰਲੀਮੈਂਟ ਦੇ ਵਿੱਚ ਸਾਡੇ ਮੁੱਦੇ ਉਠਾਏ ਨੇ, ਉਹਨਾਂ ਮੈਨੂੰ ਕੋਈ ਦੂਜਾ ਨਾਂ ਦੱਸੋ ਵੀ ਕਿਹੜਾ ਬੰਦਾ ਹੈਗਾ ਜਿਹਨੇ ਉੱਥੇ ਮੁੱਦੇ ਉਠਾਏ। ਅੱਜ ਲੋਕਾਂ ਦੇ ਵਿੱਚ ਨਵਜੋਤ ਸਿੱਧੂ ਹੋਰਾਂ ਦੇ ਪ੍ਰਤੀ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਹੋ ਸਕਦਾ ਉਹ ਵੀ ਕਾਮਯਾਬ ਨਾ ਹੋਣ, ਪਰ ਲੋਕਾਂ ਦੇ ਵਿੱਚ ਇੱਕ ਆਸ ਦੀ ਕਿਰਨ ਹੈ ਕਿ ਜੇ ਸਿੱਧੂ ਵਰਗਾ ਬੰਦਾ ਦੇਸ਼ ਦੀ ਜਾਂ ਸੂਬੇ ਦੀ ਬਾਗਡੋਰ ਸੰਭਾਲਦਾ ਹੈ ਤਾਂ ਉਸ ਤੋਂ ਆਸ ਰੱਖੀ ਜਾ ਸਕਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਵੀ ਕੈਪਟਨ ਸਾਹਿਬ ਨੇ ਲੱਗਦਾ ਹੈ ਕਿ ਮਨਾ ਲਿਆ। ਨਵਜੋਤ ਸਿੱਧੂ ਤੇ ਟਿਕ ਹੀ ਲਾਈ ਬੈਠੇ ਨੇ। 28 ਤਰੀਕ ਨੂੰ ਲੰਬੀ ਚੁੱਪੀ ਤੋਂ ਬਾਅਦ ਉਹ ਕੀ ਬੋਲਦੇ ਨੇ ਇਹ ਜਿਹੜਾ ਹੈਗਾ ਉਸ ਦਿਨ ਪਤਾ ਲੱਗੇਗਾ। ਪਰ ਕੇਂਦਰੀ ਹਾਈ ਕਮਾਂਡ ਕਾਂਗਰਸ ਨੇ ਜੇ ਉਹਨਾਂ ਨੂੰ ਮੌਕਾ ਦਿੱਤਾ ਤਾਂ ਉਹ ਸਿੱਧੂ ਦੇ ਚੰਮ ਨੂੰ ਨਹੀਂ ਦਿੱਤਾ, ਸਿੱਧੂ ਦੇ ਕੰਮ ਨੂੰ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਭਾਵ ਅਮਿਤ ਸ਼ਾਹ ਔਰ ਡਾਕਟਰ ਹਰਸ਼ਵਰਧਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਪੈਰ ਤੇ ਅਸੀਂ ਸਿਆਸਤ ਕਰ ਰਹੇ ਹਾਂ। ਕੇਂਦਰ ਵਾਲੇ ਬੀਜੇਪੀ ਵਾਲੇ ਨੇ ਉਹ ਆਪਦੀ ਰਾਜਨੀਤੀ ਕਰੀ ਜਾਓ, ਤੁਹਾਨੂੰ ਖੁਦ ਛੁੱਟੀਆਂ ਕਰੋ। ਰਾਜਾਂ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਰਾਜਨੀਤੀਆਂ ਕਰੋ, ਲੇਕਿਨ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਹੋਗੇ ਤਾਂ ਤੁਸੀਂ ਸਮੁੱਚੇ ਸੂਬੇ ਦੇ ਸਮੁੱਚੇ ਦੇਸ਼ ਦੇ ਹੁਕਮਰਾਨ ਹੋ। ਉਸ ਤਰੀਕੇ ਦੇ ਨਾਲ ਕਰੋ, ਦੇਸ਼ ਦੀ ਜਨਤਾ ਨੂੰ ਨਜ਼ਰ ਆਵੇ ਕਿ ਤੁਸੀਂ ਕੁਝ ਕਰ ਰਹੇ ਹੋ। 8ਵਾਂ ਦਿਨ ਹੈ ਤੇ ਲਗਾਤਾਰ 50 ਪੈਸੇ ਦੇ ਹਿਸਾਬ ਨਾਲ ਜਿਹੜੀ ਸਰਕਾਰ ਹੈ ਉਹ ਆਮ ਲੋਕਾਂ ਨੂੰ ਠੱਗਦੀ ਜਾ ਰਹੀ ਹੈ। ਜਿਹੜੇ ਸ਼ਰਾਬ ਦੇ ਠੇਕੇ ਨੇ, ਕਿਉਂਕਿ ਆਮਦਨ ਦਾ ਸਾਧਨ ਹੈ, ਉਹਨਾਂ ਦਾ ਟਾਈਮ 8 ਵਜੇ ਤੱਕ ਕੀਤਾ ਗਿਆ, ਪਰ ਤੁਸੀਂ ਜਾ ਕੇ ਦੇਖ ਲਓ 10 ਵਜੇ ਤੱਕ ਵੀ ਖੁੱਲੇ। ਠੇਕਾ ਆਧਾਰਿਤ ਡਾਕਟਰ ਕੰਮ ਕਰ ਰਹੇ ਨੇ, ਜਿਹੜੇ 2-2.5 ਲੱਖ ਰੁਪਏ ਤਨਖਾਹਾਂ ਲੈਂਦੇ ਨੇ, ਉਹ ਚੁੱਪ ਕਰੇ ਬੈਠੇ ਨੇ। ਉਹਨਾਂ ਦੀ ਘੋਖ ਵੀ ਕਰਨੀ ਚਾਹੀਦੀ ਹੈ। ਜਦੋਂ ਕਿਸੇ ਚੀਜ਼ ਦੀ ਪਰਖ ਹੀ ਨਹੀਂ ਹੋਈ ਤਾਂ ਅਸੀਂ ਕਿਵੇਂ ਕਿਸੇ ਨੂੰ ਇਹ ਕਹਿ ਸਕਦੇ ਆ ਕਿ ਇਹ ਕਰੋਨਾ ਤੋਂ ਪ੍ਰਭਾਵਿਤ ਹੈ। ਇਹ ਬਿਮਾਰੀ ਨੂੰ ਉਨੀ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਜਿੰਨੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਵੋਟਾਂ ਪਾਵਾਂਗੇ ਤਾਂ ਸਾਡੇ ਜਿਹੜੇ ਇਹ ਚੁਣੇ ਹੋਏ ਲੀਡਰ ਨੇ ਇਹ ਸਾਡੀ ਔਖੇ ਵੇਲੇ ਮਦਦ ਕਰਨਗੇ, ਪਰ ਲੋਕਾਂ ਨੂੰ ਨਹੀਂ ਸੀ ਪਤਾ ਵੀ ਜਦੋਂ ਔਖਾ ਵੇਲਾ ਆਏਗਾ ਤਾਂ ਇਹ ਲੀਡਰ ਨੇ ਜਿਹੜੇ ਉਹ ਭੱਜ ਜਾਣਗੇ ਤੇ ਲੀਡਰ ਸਾਨੂੰ ਹੀ ਕਹਿਣਗੇ ਕਿ ਸਾਡੇ ਠੂਠੇ ਖਾਲੀ ਹੋ ਗਏ ਨੇ ਜੀ, ਇਹਨਾਂ ਦੇ ਵਿੱਚ ਤੁਸੀਂ ਪੈਸੇ ਭਰ ਦਿਓ। ਜੇ ਅਸੀਂ ਆਬਾਦੀ ਕੰਟਰੋਲ ਕੀਤੀ ਹੁੰਦੀ, ਆਬਾਦੀ ਤੇ ਕਾਬੂ ਰੱਖਿਆ ਹੁੰਦਾ, ਅਸੀਂ ਰੱਖਣ 'ਚ ਕਾਮਯਾਬ ਨਹੀਂ ਹੋਏ। ਇਸੇ ਕਾਰਨ ਜੇ ਆਬਾਦੀ ਤੇ ਕੰਟਰੋਲ ਹੁੰਦਾ ਤਾਂ ਵਿਦੇਸ਼ਾਂ 'ਚ ਭੱਜਣ ਦੀ ਥਾਂ ਤੇ ਵਿਦੇਸ਼ੀ ਲੋਕ ਭਾਰਤ ਵਿੱਚ ਆਇਆ ਕਰਦੇ। ਇਹ ਤਾਂ ਥੋੜਾ ਬੀਜੇਪੀ ਨੇ ਤੇ ਗੰਦ ਪਾ ਰੱਖਿਆ ਤੇ ਰਾਜਨੀਤੀ ਕਰਕੇ ਉਧਰਲੇ ਡੈਡ ਬੋਡੀ ਜਾ ਕੇ ਉਧਰ ਸਿੱਟ, ਉਧਰਲੇ ਉਧਰ ਸਿੱਟ, ਯਾਨੀ ਬੰਦੇ ਨੂੰ ਖਿਲੌਣਾ ਬਣਾਤਾ ਇਹਨਾਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਸਾਡਾ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹੈ ਜੀ ਲਾਈਵ, ਜਿਸ ਦੇ ਵਿੱਚ ਤੁਸੀਂ ਵੀ ਰੱਖਦੇ ਹੁੰਦੇ ਹੋ ਸਾਡੇ ਨਾਲ ਆਪਣਾ ਪੱਖ। ਹਰ ਖਬਰ ਦੀ ਘੋਖ ਅਸੀਂ ਕਰਦੇ ਹਾਂ, ਹਰ ਖਬਰ ਤੇ ਟੌਪਿਕ ਅਸੀਂ ਲੈ ਕੇ ਆਉਂਦੇ ਹਾਂ, ਭਾਵੇਂ ਗੱਲ ਸਮਾਜ ਦੀ ਹੋਵੇ, ਭਾਵੇਂ ਗੱਲ ਰਾਜਨੀਤੀ ਦੀ ਹੋਵੇ, ਭਾਵੇਂ ਗੱਲ ਧਰਮ ਦੀ ਹੋਵੇ। ਹਰੇਕ ਗੱਲ ਨੂੰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਰੱਖਿਆ ਜਾਂਦਾ। ਸੋ ਜਿਸ ਦੇ ਲਈ ਨੰਬਰ ਹੈ ਜਿਹੜੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸ ਦਿੰਦੀ ਹਾਂ ਕਿ 888 923 2656 ਇਹ ਉਹ ਨੰਬਰ ਹੈ ਜਿੱਥੇ ਤੁਸੀਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋ ਡਾਇਰੈਕਟ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਤੇ ਪਟਿਆਲਾ ਸਟੂਡੀਓ ਦਾ ਨੰਬਰ ਹੈ 0175 5000 ਪੂਰਾ 156, ਜਿੱਥੇ ਤੁਸੀਂ ਪੰਜਾਬ ਭਾਰਤ ਚੋਂ ਰਾਬਤਾ ਆਪਣਾ ਜਿਹੜਾ ਬਣਾ ਸਕਦੇ ਹੋ। ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਖਬਰਾਂ ਦੀ ਘੋਖ ਕਰਕੇ, ਖਬਰਾਂ ਤੇ ਵਿਸਥਾਰ ਲੈ ਕੇ ਪੇਸ਼ ਹੋਏ ਨੇ ਜੀ ਡਾਕਟਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ, ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜਸਪਾਲ ਜੀ ਸਵਾਗਤ ਹੈ। ਬਹੁਤ ਮਿਹਰਬਾਨੀ ਨਵਦੀਪ ਜੀ। ਤੇ ਜਸਪਾਲ ਜੀ, ਸਾਡੇ ਜਿਹੜੇ ਦਰਸ਼ਕ ਨੇ ਉਹ ਕਮੈਂਟਸ ਦੇ ਵਿੱਚ ਵੀ ਅਸੀਂ ਦੇਖਿਆ ਤੇ ਤੁਹਾਡੀ ਬਹੁਤ ਤਾਰੀਫ ਕਰਦੇ ਨੇ ਤੇ ਕਹਿੰਦੇ ਨੇ ਕਿ ਹਰੇਕ ਖਬਰ ਦੀ ਬੜੀ ਚੰਗੀ ਤਰ੍ਹਾਂ ਪੜਤਾਲ ਕਰਦੇ ਨੇ, ਚੰਗੀ ਤਰ੍ਹਾਂ ਘੋਖ ਕਰਕੇ ਸਾਡੇ ਕੋਲ ਲੈ ਕੇ ਆਉਂਦੇ ਨੇ ਕਿ ਸਾਨੂੰ ਇਸ ਪ੍ਰੋਗਰਾਮ ਤੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਮੈਂ ਕਹਾਂ ਜੀ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਗੱਲ ਨੂੰ ਪਸੰਦ ਕਰਦੇ ਆ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜੀ। ਮੈਂ ਵੀ ਕੁਝ ਸੱਜਣ ਜਿਹੜੇ ਮਤਲਬ ਨਹੀਂ ਵੀ ਪਸੰਦ ਕਰਦੇ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਉਹਨਾਂ ਦੇ ਕਮੈਂਟ ਦੇ ਵਿੱਚੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ। ਔਰ ਹਰ ਵਿਅਕਤੀ ਸਾਰੀ ਉਮਰ ਸਿੱਖਿਅਕ ਹੀ ਰਹਿੰਦਾ, ਕਦੇ ਉਹ ਮਤਲਬ ਸਿੱਖਦਾ ਹੀ ਰਹਿੰਦਾ ਹੈ। ਕਦੇ ਜੇ ਆਪਾਂ ਕਹਿ ਦਈਏ ਕਿ ਉਹ ਪੂਰਨ ਰੂਪ ਦੇ ਵਿੱਚ ਸਿੱਖ ਗਿਆ, ਸ਼ਾਇਦ ਗਲਤੀ ਹੋਵੇਗੀ। ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਕੁ ਬੁੱਧੀ ਦਿੱਤੀ ਆ ਪ੍ਰਮਾਤਮਾ ਨੇ ਉਹਦੇ ਮੁਤਾਬਕ ਆਪਣੀ ਬੁੱਧੀ ਦੇ ਮੁਤਾਬਕ ਤੁਹਾਨੂੰ ਵਿਸਥਾਰ ਦੱਸਣ ਦਾ ਯਤਨ ਕਰੀਏ
ਕਈ ਵਾਰ ਸਾਡੇ ਜ਼ਿਹਨ ਦੇ ਵਿੱਚ ਵੀ ਕੋਈ ਚੀਜ਼ ਰਹਿ ਜਾਂਦੀ ਹੈ, ਬਿਲਕੁਲ। ਉਹ ਅਸੀਂ ਉਸ ਦੀ ਮਾਫੀ ਮੰਗਦੇ ਹੁੰਦੇ ਹਾਂ ਕਿ ਸਾਤੋਂ ਇਹ ਗੱਲ ਸਹੀ ਰੂਪ ਦੇ ਵਿੱਚ ਨਹੀਂ ਕਹੀ ਗਈ। ਪਰ ਫਿਰ ਵੀ ਜਿੰਨਾ ਦਰਸ਼ਕ ਸਾਨੂੰ ਮਾਣ ਦਿੰਦੇ ਆ, ਸਤਿਕਾਰ ਦਿੰਦੇ ਆ, ਮੈਂ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ 'ਚੋਂ ਉਹਨਾਂ ਸਾਰੇ ਦੋਸਤਾਂ ਦਾ, ਦਰਸ਼ਕਾਂ ਦਾ, ਆਪਣੇ ਭਰਾਵਾਂ ਦਾ, ਭੈਣਾਂ ਦਾ, ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ। ਔਰ ਨਾਲ ਇੱਕ ਬੇਨਤੀ ਵੀ ਕਰਦਾ ਕਿ ਜੇ ਅਣਜਾਣੇ ਵਿੱਚ ਕਿਤੇ ਭੁਲੇਖੇ ਵਿੱਚ ਸਾਤੋਂ ਕੋਈ ਗਲਤੀ ਰਹਿ ਗਈ ਹੋਵੇ ਤਾਂ ਸਾਨੂੰ ਦੱਸਿਆ ਜ਼ਰੂਰ ਕਰੋ, ਤਾਂ ਕਿ ਅਸੀਂ ਕੋਸ਼ਿਸ਼ ਕਰੀਏ ਅਗਲੀ ਵਾਰ ਉਸ ਦੇ ਵਿੱਚ ਸੁਧਾਰ ਕਰ ਸਕੀਏ। ਬਿਲਕੁਲ ਜੀ, ਇਸ ਲਈ ਅਸੀਂ ਕਹਿੰਦੇ ਹੁੰਦੇ ਆ ਕਿ ਤੁਹਾਡੇ ਚੰਗੇ ਨੇ ਭਾਵੇਂ ਮਾੜੇ ਨੇ, ਜਿਹੜੇ ਵੀ ਕਮੈਂਟ ਨੇ ਸਾਡੇ ਸਿਰ ਮੱਥੇ ਹੋਣਗੇ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ। ਕਈ ਵਾਰੀ ਕੋਈ ਨਾ ਕੋਈ ਗੱਲ ਇੱਧਰ ਉੱਧਰ ਜੀ ਪਲਟ ਜਾਂਦੀ ਹੈ, ਜਿਵੇਂ ਕਿ ਮੇਰੀ ਪਹਿਲਾਂ ਪਲਟ ਗਈ ਸੀ। ਸੋ ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਦੇ ਜਿਹੜੇ ਆਪਣੇ ਟੌਪਿਕ ਨੇ ਉਹ ਅਹਿਮ ਰਹਿਣਗੇ। ਫਸਟਲੀ ਰਹੇਗਾ ਕਰੋਨਾ ਵਾਇਰਸ ਨੂੰ ਲੈ ਕੇ, ਫਿਰ ਪੈਟਰੋਲ ਦੇ ਜਿਹੜੇ ਭਾਅ ਨੇ ਲਗਾਤਾਰ ਵਧਦੇ ਜਾ ਰਹੇ ਨੇ, 8ਵਾਂ ਦਿਨ ਹੈ ਤੇ ਲਗਾਤਾਰ 50-50 ਪੈਸੇ ਦੇ ਹਿਸਾਬ ਨਾਲ ਜਿਹੜੀ ਸਰਕਾਰ ਹੈ ਉਹ ਆਮ ਲੋਕਾਂ ਨੂੰ ਠੱਗਦੀ ਜਾ ਰਹੀ ਹੈ। ਤੇ ਨਾਲ ਹੀ ਨਵਜੋਤ ਸਿੱਧੂ ਦੇ ਬਾਰੇ ਗੱਲਬਾਤ ਹੋਏਗੀ ਤੇ ਪਿੰਡਾਂ ਬਾਰੇ ਗੱਲਬਾਤ ਹੋਏਗੀ। ਪਿੰਡ ਸਾਡੇ ਨੇ ਦਿਨੋਂ ਦਿਨ ਪਿਛੜਦੇ ਜਾ ਰਹੇ ਨੇ। ਤਾਂ ਬਹੁਤ ਸਾਰੇ ਅਹਿਮ ਟੌਪਿਕ ਨੇ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਧਿਆਨ ਦੇ ਨਾਲ ਸੁਣਨੇ ਨੇ ਤੇ ਤੁਸੀਂ ਵੀ ਆਪਣਾ ਪੱਖ ਹੈ ਜਿਹੜਾ ਉਹ ਰੱਖਣਾ। ਤਾਂ ਚਲੋ ਸਭ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਕਰੋਨਾ ਵਾਇਰਸ ਦੀ ਗੱਲ ਹੀ ਕਰ ਲਈਏ ਕਿ 2 ਦਿਨ ਪੰਜਾਬ ਦੇ ਵਿੱਚ ਲੋਕਡਾਊਨ ਕਹਿਣ ਨੂੰ ਰਿਹਾ, ਪਰ ਲੋਕਡਾਊਨ ਵਰਗੀ ਕੋਈ ਚੀਜ਼ ਨਹੀਂ ਲੱਗੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ 2 ਦਿਨਾਂ ਦੇ ਵਿੱਚ ਸਰਕਾਰ ਨੇ ਕੁਝ ਅਤਿਹਾਤ ਵਾਸਤੇ ਕਿਹਾ, ਪਰ ਕਦੇ-ਕਦੇ ਇਹ ਦੇਖਣਾ ਵੀ ਜਿਹੜੇ ਆਪਾਂ ਅਕਸਰ ਗੱਲ ਕਰਦੇ ਹਾਂ ਜੀ ਕਿ ਜਿਹੜੇ ਸਾਡੇ ਹੁਕਮਰਾਨ ਨੇ ਉਹਨਾਂ ਕੋਲੇ ਜ਼ਮੀਨੀ ਹਕੀਕਤਾਂ ਨਹੀਂ ਜਾਂਦੀਆਂ। ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਸ਼ਨੀਵਾਰ ਨੂੰ ਤਾਲਾਬੰਦੀ ਕਰਨੀ ਆ, ਦੁਕਾਨਾਂ ਜਿਹੜੀਆਂ ਜ਼ਰੂਰੀ ਨਹੀਂ ਹੈਗੀਆਂ ਉਹ 5 ਵਜੇ ਤੱਕ ਖੁੱਲਣਗੀਆਂ, ਦੂਜੀਆਂ ਦੁਕਾਨਾਂ 7 ਵਜੇ ਤੱਕ ਖੁੱਲਣਗੀਆਂ। ਕੱਲ ਹੀ ਆਪਣੇ ਡੀਸੀ ਸਾਹਿਬ ਦੀ ਮੀਟਿੰਗ ਸੀ। ਜਿਹੜੇ ਸ਼ਰਾਬ ਦੇ ਠੇਕੇ ਨੇ, ਕਿਉਂਕਿ ਆਮਦਨ ਦਾ ਸਾਧਨ ਹੈ, ਉਹਨਾਂ ਦਾ ਟਾਈਮ 8 ਵਜੇ ਤੱਕ ਕੀਤਾ ਗਿਆ, ਪਰ ਤੁਸੀਂ ਜਾ ਕੇ ਦੇਖ ਲਓ 10 ਵਜੇ ਤੱਕ ਵੀ ਖੁੱਲੇ ਨੇ। ਕੁਝ ਦੁਕਾਨਾਂ ਵਾਲੇ ਉਸ ਤੋਂ ਬਾਅਦ ਤੱਕ ਵੀ ਖੁੱਲੀ ਬੈਠੇ ਰਹਿੰਦੇ ਨੇ। ਸਾਡੇ ਲੋਕ ਜਦੋਂ ਉਲੰਘਣਾਵਾਂ ਕਰਦੇ ਨੇ, ਜਦੋਂ ਸਿਰ ਤੋਂ ਪਾਣੀ ਚੱਕ ਜਾਂਦਾ, ਫਿਰ ਪ੍ਰਸ਼ਾਸਨ ਨੂੰ ਡੰਡਾ ਵਰਤਾਉਣਾ ਪੈਂਦਾ ਹੈ। ਅਸੀਂ ਮਤਲਬ ਚੰਦਕ ਲਾਲਚਾਂ ਦੇ ਪਿੱਛੇ ਉਸ ਪਾਸੇ ਵੱਲ ਨਹੀਂ ਜਾਂਦੇ। ਮਤਲਬ ਜਿਹੜਾ ਕਿਹਾ ਗਿਆ ਮੈਨੂੰ ਬੜਾ ਅਜੀਬ ਕਿਸਮ ਦਾ ਲੱਗਿਆ। ਕੁਝ ਅਖਬਾਰਾਂ ਨੇ ਸੰਪਾਦਕੀਆਂ ਲਿਖੀਆਂ ਕਿ ਰਾਜਾਸ਼ਾਹੀ ਫਰਮਾਨ। ਕਿਹਾ ਕੀ ਗਿਆ ਕਿ ਦੁਕਾਨਾਂ ਸ਼ਨੀਵਾਰ ਨੂੰ 5 ਵਜੇ ਤੱਕ ਖੁੱਲਣਗੀਆਂ, ਪਰ ਤੁਸੀਂ ਘਰਾਂ ਚੋਂ ਬਾਹਰ ਨਹੀਂ ਜਾਣਾ। ਮੈਨੂੰ ਇਹ ਦੱਸੋ ਵੀ ਜੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਜਾਣਾ, ਉਹਨਾਂ ਨੇ ਦੁਕਾਨਾਂ ਖੋਲ੍ਹਣੀਆਂ ਕਿਹਦੇ ਵਾਸਤੇ ਨੇ? ਠੀਕ ਹੈ, ਉਹਨਾਂ ਨੇ ਵੀ ਤਾਂ ਜੇ ਘਰਾਂ ਤੋਂ ਬਾਹਰ ਨਿਕਲਣਗੇ ਤਾਂ ਜਾ ਕੇ ਦੁਕਾਨਾਂ ਖੋਲ੍ਹਣਗੇ। ਤੁਹਾਨੂੰ ਪਾਸ ਲੈਣਾ ਪਵੇਗਾ। ਕਿਉਂ ਲੈਣਾ ਪਵੇਗਾ? ਤੁਸੀਂ ਜੇ ਦੁਕਾਨਾਂ ਖੋਲ੍ਹ ਰਹੇ ਹੋ, ਜਾਂ ਫਿਰ ਤੁਸੀਂ ਸਪਤਾਹ ਹੀ 5 ਦਿਨ ਦਾ ਕਰ ਦਿਓ, 2 ਦਿਨ ਮੁਕੰਮਲ ਛੁੱਟੀ ਕਰ ਦਿਓ, ਦਵਾਈਆਂ ਦੀਆਂ ਦੁਕਾਨਾਂ ਨੂੰ ਤੇ ਜ਼ਰੂਰੀ ਵਸਤਾਂ ਨੂੰ ਛੱਡ ਕੇ ਬੰਦ ਕਰ ਦਿਓ। ਇਹ ਨਹੀਂ ਹੈਗਾ, ਭਾਵੇਂ ਸਰਕਾਰ ਦਾ ਇਹਦੇ ਮਾਨਸਾ ਸੁਹਿਰਦ ਹੋਵੇ, ਪਰ ਆਪਾਂ ਇਹ ਸਮਝਦੇ ਹਾਂ ਕਿ ਜਦੋਂ ਤੁਸੀਂ ਕੋਈ ਆਪਦਾ ਹੁਕਮ ਜਾਰੀ ਕਰਦੇ ਹੋ, ਉਹਨੂੰ ਪਹਿਲਾਂ ਪ੍ਰਯੋਗੀ ਰੂਪ ਦੇ ਵਿੱਚ ਦੇਖੋ ਕਿ ਜ਼ਮੀਨੀ ਪੱਧਰ ਦੇ ਉੱਤੇ ਉਹਦਾ ਜੇ ਲਾਗੂ ਹੋ ਸਕਦਾ, ਲੋਕਾਂ ਨੂੰ ਫਾਇਦਾ ਹੋ ਸਕਦਾ। ਕੋਈ ਸ਼ੱਕ ਨਹੀਂ ਕਿ ਕਰੋਨਾ ਦੇ ਜਿਹੜੇ ਮਰੀਜ਼ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਡਾਕਟਰ ਖਾਸ ਕਰ ਸਰਕਾਰੀ ਹਸਪਤਾਲਾਂ ਦੇ ਉਹਨਾਂ ਦੇ ਨਾਲ ਬਹੁਤ ਵੱਡੀ ਪੱਧਰ ਤੇ ਜੂਝ ਰਹੇ ਨੇ। ਹਰ ਖੇਤਰ ਦੇ ਵਿੱਚ ਕੁਝ ਨਾ ਕੁਝ ਕਾਲੀਆਂ ਭੇਡਾਂ ਹੁੰਦੀਆਂ ਨੇ ਜਿਹੜੀਆਂ ਬਾਕੀਆਂ ਨੂੰ ਬਦਨਾਮ ਕਰ ਦਿੰਦੀਆਂ ਨੇ। ਜਿਹੜੇ ਆ 2.5 ਪੌਣੇ 3 ਮਹੀਨੇ ਲੰਘੇ ਨੇ ਹੁਣ ਤੱਕ, ਪੌਣੇ 3 ਮਹੀਨੇ, ਇਹਨਾਂ ਦੇ ਵਿੱਚ ਸਰਕਾਰੀ ਡਾਕਟਰਾਂ ਨੇ, ਚਲੋ 2-4 ਹੋਣਗੇ ਜਿਹੜੇ ਨਹੀਂ ਕੰਮ ਕਰਦੇ, ਆਪਣੇ ਕਮਰਿਆਂ ਦੇ ਵਿੱਚ ਹੀ ਤੜੇ ਬੈਠੇ ਨੇ, ਪਰ ਨਰਸ ਹੋਰ ਸਟਾਫ ਵੱਡੀ ਪੱਧਰ ਦੇ ਉੱਤੇ ਕੰਮ ਕਰ ਰਿਹਾ ਹੈ। ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਸਲਾਮ ਕਰਨਾ ਸਾਡਾ ਫਰਜ਼ ਬਣਦਾ ਹੈ ਕਿ ਸਹੂਲਤਾਂ ਜੋ ਵਿਕਸਿਤ ਦੇਸ਼ ਨੇ ਉਹਨਾਂ ਦੇ ਮੁਕਾਬਲੇ ਨਗੂਣੀਆਂ ਸਹੂਲਤਾਂ ਦੇ ਨਾਲ ਉਹ ਕੰਮ ਕਰ ਰਹੇ ਨੇ। ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ। ਸਰਕਾਰਾਂ ਸੁੱਤੀਆਂ ਪਈਆਂ ਨੇ। ਕੱਲ ਵੀ ਇੱਕ ਸਾਡੇ ਕਾਲਰ ਦਾ ਕਮੈਂਟ ਆਇਆ ਸੀ, ਮੈਨੂੰ ਚੰਗਾ ਲੱਗਿਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਡਾਕਟਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਚੰਗਾ ਤਾਂ ਇਹ ਹੈ, ਦਿੱਲੀ ਤੋਂ ਸ਼ਾਇਦ ਉਹ ਰਿਪੋਰਟ ਛਪੀ ਸੀ NDTV ਦੇ ਉੱਤੇ ਜਾਂ ਕਿਸੇ ਟੀਵੀ ਦੇ ਉੱਤੇ, ਪਤਾ ਨਹੀਂ ਕਿਹੜੇ ਦੇ ਵਿੱਚ ਹੈ। ਜੇ ਉੱਥੇ ਉਹ ਰਿਪੋਰਟਾਂ ਛਪੀਆਂ ਨੇ, ਜੇ ਸਾਡੇ ਕਿਸੇ ਬਿਜਲਈ ਚੈਨਲ ਦੇ ਉੱਤੇ, ਮਤਲਬ ਉਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਉਹ ਇਸ ਮਹਾਮਾਰੀ ਦੇ ਨਾਲ ਲੜ ਰਹੇ ਨੇ, ਉਹਨਾਂ ਉਸ ਵੇਲੇ ਉਹਨਾਂ ਨੂੰ ਇਹ ਤਨਖਾਹਾਂ ਤਾਂ ਦੇਣੀਆਂ ਚਾਹੀਦੀਆਂ ਨੇ। ਜੇ ਉਹਨਾਂ ਨੂੰ ਹੋਰ ਭੱਤੇ ਵੀ ਦੇਣੇ ਚਾਹੀਦੇ ਆ, ਕੋਈ ਸਪੈਸ਼ਲ ਇਨਸੈਂਟਿਵ ਵੀ ਦੇਣਾ ਚਾਹੀਦਾ ਹੈ। ਉਹ ਬਹੁਤ ਸਾਰੇ
ਠੇਕਾ ਆਧਾਰਿਤ ਨਰਸਾਂ, ਠੇਕਾ ਆਧਾਰਿਤ ਆਸ਼ਾ ਵਰਕਰ, ਠੇਕਾ ਆਧਾਰਿਤ ਡਾਕਟਰ ਕੰਮ ਕਰ ਰਹੇ ਨੇ, ਜਿਹੜੇ 2-2 2.5 ਲੱਖ ਰੁਪਏ ਤਨਖਾਹਾਂ ਲੈਂਦੇ ਨੇ, ਉਹ ਚੁੱਪ ਕਰੇ ਬੈਠੇ ਨੇ। ਉਹਨਾਂ ਦੀ ਘੋਖ ਵੀ ਕਰਨੀ ਚਾਹੀਦੀ ਹੈ। ਸਾਡੇ ਹਸਪਤਾਲਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਜਿਵੇਂ ਕੱਲ ਨਵੀਂ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਅਮਿਤ ਸ਼ਾਹ ਔਰ ਡਾਕਟਰ ਹਰਸ਼ਵਰਧਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਅਸੀਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਪੈਰ ਪੈਰ ਤੇ ਅਸੀਂ ਸਿਆਸਤ ਕਰ ਰਹੇ ਹਾਂ। ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਜਿੰਨਾ ਯੋਗਦਾਨ ਕਿਸੇ ਦਾ ਬਣਦਾ ਸਾਨੂੰ ਮਿਲ ਕੇ ਇਸ ਮਹਾਮਾਰੀ ਚੋਂ ਨਿਕਲਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਇਹ ਭੁੱਲ ਜਾਓ ਵੀ ਕਿਹੜੀ ਪਾਰਟੀ ਦੀ ਸਰਕਾਰ ਹੈ। ਵੀ ਅੱਜ ਕੇਂਦਰ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੀ ਭਾਈਵਾਲਾਂ ਦੀ ਸਰਕਾਰ ਹੈ, ਕੁਝ ਸੂਬਿਆਂ ਦੇ ਵਿੱਚ ਜੇ ਉਹਨਾਂ ਦੀਆਂ ਜਿਹੜੀਆਂ ਵਿਰੋਧ ਦੇ ਵਿੱਚ ਪਾਰਟੀਆਂ ਖੜੀਆਂ ਨੇ ਉਹਨਾਂ ਦੀਆਂ ਸਰਕਾਰਾਂ ਨੇ, ਤੁਸੀਂ ਭੁੱਲੋ ਇਸ ਵੇਲੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸਿਹਤ ਮੰਤਰੀ ਕੋਈ ਵੀ ਜੇ ਕੋਈ ਵਿਅਕਤੀ ਹੈਗਾ ਉਹ ਦੇਸ਼ ਦਾ ਵਾਸੀ ਹੈ। ਉਹ ਇਹ ਸਮਝੇ ਕਿ ਮੈਂ ਭਾਰਤੀ ਜਨਤਾ ਪਾਰਟੀ ਜਾਂ ਹੁਕਮਰਾਨ ਧਿਰ 'ਚ ਸ਼ਾਮਲ ਕਿਸੇ ਪਾਰਟੀ ਦਾ ਮੈਂਬਰ ਨਹੀਂ, ਮੈਂ ਇਸ ਵੇਲੇ ਸਮੁੱਚੇ ਦੇਸ਼ ਦਾ ਜਿਹੜਾ ਹੈਗਾ ਜ਼ਿੰਮੇਵਾਰੀ ਮੇਰੀ ਹੈ। ਐਵੇਂ ਜਿਵੇਂ ਰਾਜ ਸਰਕਾਰਾਂ ਵਾਲੇ ਵੀ ਮਤਲਬ ਉਸੇ ਤਰ੍ਹਾਂ ਉਸੇ ਨੱਕੇ ਸੂਈ ਦੇ ਵਿੱਚੋਂ ਨਿਕਲਣ। ਮਤਲਬ ਅਸੀਂ ਇਸ ਕਰੋਨਾ ਮਹਾਮਾਰੀ ਦੇ ਨਾਲ ਲੜਨਾ ਹੈ ਔਰ ਡਟ ਕੇ ਇਹਦੇ ਵਿੱਚੋਂ ਸਫਲਤਾ ਦੇ ਨਾਲ ਅੱਗੇ ਜਾਣਾ ਹੈ। ਔਰ ਜਦੋਂ ਅਸੀਂ ਸਾਰੇ ਜਣੇ ਰਲ ਕੇ ਲੜਾਂਗੇ, ਕਿਹਾ ਜਾਂਦਾ ਕਿ ਏਕੇ ਦੇ ਵਿੱਚ ਬਰਕਤ ਹੁੰਦੀ ਹੈ। ਜੇ ਅਸੀਂ ਵੱਖਰੇ ਵੱਖਰੇ ਰਾਗ ਅਲਾਪੀ ਜਾਈਏ, ਕੋਈ ਕੁਝ ਕਹੇ, ਕੇਂਦਰ ਵਾਲੇ ਬੀਜੇਪੀ ਵਾਲੇ ਨੇ ਉਹ ਆਪਦੀ ਰਾਜਨੀਤੀ ਕਰੀ ਜਾਓ, ਤੁਹਾਨੂੰ ਖੁੱਲ੍ਹ ਛੁੱਟੀਆਂ ਕਰੋ। ਰਾਜਾਂ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਰਾਜਨੀਤੀਆਂ ਕਰੋ, ਲੇਕਿਨ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਹੋਗੇ ਤਾਂ ਤੁਸੀਂ ਸਮੁੱਚੇ ਸੂਬੇ ਦੇ, ਸਮੁੱਚੇ ਦੇਸ਼ ਦੇ ਹੁਕਮਰਾਨ ਹੋ। ਉਸ ਤਰੀਕੇ ਦੇ ਨਾਲ ਕਰੋ, ਦੇਸ਼ ਦੀ ਜਨਤਾ ਨੂੰ ਨਜ਼ਰ ਆਵੇ ਕਿ ਤੁਸੀਂ ਕੁਝ ਕਰ ਰਹੇ ਹੋ। ਲੋਕਾਂ ਨੂੰ ਵੀ ਇਸ ਮਹਾਮਾਰੀ ਦੇ ਵਿੱਚ ਜੇ ਕੋਈ ਹਦਾਇਤਾਂ ਸਰਕਾਰਾਂ ਜਾਰੀ ਕਰਦੀਆਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਸਵਾਲ ਕੀਤਾ ਸੀ ਕਿ ਜਿਹੜਾ ਇਹ ਲਾਕਡਾਊਨ ਹੋਇਆ, ਕਈ ਅਖਬਾਰਾਂ ਨੇ ਲਿਖਿਆ ਕਿ ਕਰਫਿਊ ਵਰਗੇ ਹਾਲਾਤ ਸੀ, ਫਲਾਨਾ ਸੀ, ਢਿਮਕਾ ਸੀ। ਨਹੀਂ, ਕਿਸੇ ਨੇ ਕਿਸੇ ਨੂੰ ਰੋਕਿਆ ਨਹੀਂ, ਪਰ ਹਾਂ ਆਵਾਜਾਈ ਬਹੁਤ ਘੱਟ ਸੀ, ਬਹੁਤ ਥੋੜੀ ਸੀ। ਚੰਦ ਦੁਕਾਨਾਂ ਵਾਲੇ ਨੇ ਜਿਹੜੇ ਮਤਲਬ ਉਲੰਘਣਾਵਾਂ ਕਰਦੇ ਨੇ, ਫਿਰ ਉਹਨਾਂ ਤੇ ਜਦੋਂ ਡੰਡਾ ਵਰਸਦਾ ਹੈ, ਅਸੀਂ ਲੋਕ ਕਹਿੰਦੇ ਆ ਕਿ ਪੁਲਿਸ ਇਹਨਾਂ ਨਾਲ ਧੱਕਾ ਕਰ ਰਹੀ ਹੈ। ਤੁਸੀਂ ਉਹ ਸਥਿਤੀ ਪੈਦਾ ਕਿਉਂ ਹੋਣ ਦਿੰਦੇ ਹੋ? ਤੁਹਾਨੂੰ ਤੇ ਪੁਲਿਸ ਨੂੰ ਡੰਡਾ ਵਰਸਾਉਣਾ ਹੀ ਕਿਉਂ ਪਵੇ? ਸਾਨੂੰ ਕੁਝ ਆਪਣੇ ਫਰਜ਼ ਵੀ ਅਦਾ ਕਰਨੇ ਚਾਹੀਦੇ ਨੇ। ਜਿਸ ਤਰ੍ਹਾਂ ਇਹ ਕਰੋਨਾ ਮਹਾਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਦਿੱਲੀ ਦੇ ਵਿੱਚ ਜਿਹੜੀ ਕੱਲ ਮੀਟਿੰਗ ਹੋਈ ਹੈ, ਉਹਦੇ ਵਿੱਚ ਦਿੱਲੀ ਦੀ ਸਰਕਾਰ ਨੇ ਰੇਲਵੇ ਮੰਤਰਾਲੇ ਰਾਹੀਂ 500 ਕੋਚ ਰੇਲਾਂ ਦੇ ਰਾਖਵੇਂ ਕੀਤੇ ਨੇ, ਜਿਹਦੇ ਵਿੱਚ ਕਰੋਨਾ ਦੇ ਜਿਹੜੇ ਪ੍ਰਭਾਵਿਤ ਮਰੀਜ਼ ਨੇ ਉਹਨਾਂ ਨੂੰ ਰੱਖਿਆ ਜਾ ਸਕੇ। ਇਸੇ ਤਰ੍ਹਾਂ ਜਿਹੜੇ ਪਹਿਲਾਂ ਟੈਸਟ ਹੁੰਦੇ ਸੀ ਉਹਨਾਂ ਟੈਸਟਾਂ ਦੇ ਬਾਰੇ ਕਿਹਾ ਗਿਆ ਕੇਂਦਰ ਸਰਕਾਰ ਨੇ ਕਿ ਦੁੱਗਣੇ ਕਰ ਦਿੱਤੇ ਜਾਣਗੇ ਔਰ 6 ਦਿਨਾਂ ਦੇ ਵਿੱਚ ਤਿੱਗਣੇ ਹੋ ਜਾਣਗੇ। ਮੈਂ ਸਮਝਦਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇੱਥੇ ਤਾਲਾਬੰਦੀ ਕੀਤੀ ਗਈ ਸੀ, ਕਰਫਿਊ ਲਾਏ ਗਏ ਸੀ, ਉਸ ਵੇਲੇ ਵੀ ਜਿਹੜੀ ਟੈਸਟ ਪ੍ਰਣਾਲੀ ਸੀ ਉਹ ਵਧਾਈ ਜਾਂਦੀ। ਪਹਿਲਾਂ ਟੈਸਟ ਪ੍ਰਣਾਲੀ ਇਸ ਪੱਧਰ ਦੀ ਨਹੀਂ ਸੀ, ਇਸੇ ਕਰਕੇ ਜਿਹੜੀ ਮਰੀਜ਼ਾਂ ਦੀ ਗਿਣਤੀ ਸੀ ਉਹ ਘੱਟ ਨਜ਼ਰ ਆ ਰਹੀ ਸੀ। ਜਦੋਂ ਕਿਸੇ ਚੀਜ਼ ਦੀ ਪਰਖ ਹੀ ਨਹੀਂ ਹੋਈ ਤਾਂ ਅਸੀਂ ਕਿਵੇਂ ਕਿਸੇ ਨੂੰ ਇਹ ਕਹਿ ਸਕਦੇ ਆ ਕਿ ਇਹ ਕਰੋਨਾ ਤੋਂ ਪ੍ਰਭਾਵਿਤ ਹੈ? ਮੈਂ ਇਸ ਮਾਧਿਅਮ ਦੇ ਜ਼ਰੀਏ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਕਿ ਇਹ ਵਾਇਰਸ ਆਮ ਵਾਇਰਸਾਂ ਵਰਗਾ ਵਾਇਰਸ ਹੈਗਾ, ਇਹਦੇ ਨਾਲ ਨਜਿੱਠਿਆ ਜਾ ਸਕਦਾ ਹੈ। ਇਹਦੇ ਲਈ ਤੁਹਾਨੂੰ ਇhtiyat ਵਰਤਣ ਦੀ ਜ਼ਰੂਰਤ ਹੈ। ਜੇ ਹੱਥ ਧੋਣੇ, ਮਾਸਕ ਪਾਉਣਾ, ਅਸੀਂ ਬਿਨਾਂ ਮਾਸਕ ਤੋਂ ਦੰਦ ਲਾਉਂਦੇ ਸੜਕਾਂ ਤੇ ਤੁਰੇ ਫਿਰਦੇ ਹਾਂ, 3-3 4-4 ਮੋਟਰਸਾਈਕਲਾਂ ਤੇ ਚੜੇ ਫਿਰਦੇ ਹਾਂ। ਮਤਲਬ ਇਹ ਬਿਮਾਰੀ ਨੂੰ ਉਨੀ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਜਿੰਨੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਮਤਲਬ ਜੇ ਸਰਕਾਰ ਜਿਹੜੀ ਹੈ ਉਹ ਲਗਾਤਾਰ ਇਸ ਪਾਸੇ ਵੱਲ ਲੱਗੀ ਹੈ। ਹੋਰ ਅਸੀਂ ਅਜੇ ਵੀ 4ਵੇਂ-5ਵੇਂ ਸਥਾਨ ਤੇ ਹੈਗੇ ਹਾਂ। ਅਸੀਂ ਅਰਦਾਸ ਕਰਦੇ ਹਾਂ ਕਿ ਇਸ ਦੇ ਵਿੱਚੋਂ ਜਿਹੜੇ ਵਿਅਕਤੀ ਨੇ ਉਹ ਸਿਹਤਯਾਬ ਹੋਣ, ਸਿਹਤਯਾਬ ਹੋ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੇ। ਲਗਭਗ 50% ਹੈ ਭਾਰਤ ਦੇ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ, ਜਿਹੜਾ ਇੱਕ ਚੰਗਾ ਅੰਕੜਾ ਹੈਗਾ। ਦੇਖੋ ਕਈ ਮੌਤਾਂ ਹੁੰਦੀਆਂ ਨੇ, ਸਾਰੀਆਂ ਮੌਤਾਂ ਕਰੋਨਾ ਨਾਲ ਨਹੀਂ ਹੋਈਆਂ। ਜਿਹੜੀਆਂ ਮੌਤਾਂ ਪਿਛਲੇ ਸਮੇਂ ਦੌਰਾਨ ਹੋਈਆਂ ਨੇ, ਜਿਵੇਂ ਭਾਈ ਨਿਰਮਲ ਸਿੰਘ ਜਿਹੜੇ ਸਾਡੇ ਹਜੂਰੀ ਰਾਗੀ ਸੀ, ਪਦਮ ਸ਼੍ਰੀ ਜੀ, ਇਹ ਤੇ ਵੀ ਢਿੱਲੋਂ ਸਾਹਿਬ ਤੇ ਵੀ ਗੱਲ ਕਰਾਂਗੇ। ਕਾਲਰ ਕਾਫੀ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਪਹਿਲਾਂ ਅਸੀਂ ਉਹਨਾਂ ਦੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਪਿਆਰਾ ਸਿੰਘ ਬੋਲ ਰਿਹਾ ਜੀ। ਪਿਆਰਾ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਤੁਹਾਡਾ ਅੱਜ ਦੇ ਮਾਮਲੇ ਤੇ? ਕਹਿਣਾ ਤਾਂ ਅਸੀਂ ਕੀ ਹੈ ਜੀ, ਤੁਸੀਂ ਸਾਡੇ ਵਾਸਤੇ ਕਹਿਣ ਤੋਂ ਛੱਡਦੇ ਨਹੀਂ ਹੈਗੇ। ਸਾਰੀਆਂ ਗੱਲਾਂ ਤਾਂ ਢਿੱਲੋਂ ਸਾਹਿਬ ਵਾਲੇ ਆਪੇ ਕਰ ਲੈਂਦੇ ਆ। ਅਸੀਂ ਤਾਂ ਸਿਰਫ ਐਵੇਂ ਹਾਜ਼ਰੀ ਲਵਾਉਣ ਨੂੰ ਆਈਦਾ ਹੈ ਜੀ, ਕਿਉਂਕਿ ਸਾਨੂੰ ਤਾਂ ਟਾਈਮ ਹੀ ਦਿੰਦੇ ਹੈਗੇ। ਬਾਕੀ ਹੈ ਵੀ ਜਿਹੜਾ ਕਰੋਨੇ ਦੀ ਗੱਲ ਹੈ ਨਾ, ਚਲੋ ਪਹਿਲਾਂ ਤਾਂ ਬਗੈਰ ਸਿਸਟਮ ਤੋਂ ਸਾਰਾ ਕੰਮ ਚੱਲਿਆ, ਕਿਉਂਕਿ ਅਗਰ ਸਿਸਟਮ ਨਾਲ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ। ਚਲੋ ਫਿਰ ਵੀ ਜੋ ਹੋ ਗਿਆ ਤਾਂ ਠੀਕ ਆ। ਹੁਣ ਵੀ ਅੱਗੇ 2 ਦਿਨ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਬਾਕੀ ਠੇਕੇ ਤੇ ਸ਼ਰਾਬ ਦੇ ਸਾਰੇ ਖੁੱਲੇ ਆ ਤੇ ਲੋਕਾਂ ਨੂੰ ਘਰਾਂ 'ਚ ਜੋੜਿਆ ਆ, ਤੇ ਜਿਹੜੇ ਦੁਕਾਨਾਂ ਵੀ ਉਹ ਵੀ ਬੰਦ ਹੈਗੇ, ਤੇ ਲੋਕਾਂ ਨੇ ਸ਼ਹਿਰ ਜਾ ਕਰਨਾ ਵੀ ਕੀ ਹੈਗਾ। ਚਲੋ ਉਸ ਤੋਂ ਉਪਰੰਤ ਹੈਗੇ ਵੀ ਕੈਪਟਨ ਸਾਹਿਬ ਤਾਂ ਏਸੀ ਰੂਮ 'ਚ ਬੈਠ ਕੇ ਸਰਕਾਰ ਚਲਾ ਰਹੇ ਆ। ਇਹ ਬਾਹਰ ਲੈ ਕੇ ਨਿਕਲਣ ਲੋਕਾਂ ਦੀਆਂ ਤਕਲੀਫਾਂ ਸੁਣਨ ਤੇ ਇਹਨਾਂ ਨੂੰ ਫਿਰ ਪਤਾ ਲੱਗ ਜਾਏਗਾ। ਬਾਕੀ ਦੂਜੀ ਗੱਲ ਹੈ ਵੀ ਸੈਂਟਰ ਸਰਕਾਰ ਵੀ ਆਪਣੇ ਅਗਲੇ ਇਲੈਕਸ਼ਨ ਦੀ ਤਿਆਰੀ 'ਚ ਲੱਗੀ ਆ ਤੇ ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਉਹਨਾਂ ਨੇ, ਜਾ ਕੇ ਬਾਹਰ ਦੀਆਂ ਸਰਕਾਰਾਂ ਸੂਬਿਆਂ ਦੀਆਂ ਲੋਕਾਂ ਦੀ ਮਦਦ ਕਰ ਰਹੀਆਂ। ਪਰ ਸਾਡੇ ਤਾਂ ਮਨ ਕੀ ਬਾਤ ਨੇ ਨਵਾਂ PM ਕੇਅਰ ਫੰਡ ਖੋਲ ਦਿੱਤਾ ਹੈ, ਜਦ ਕਿ ਉਹਨਾਂ ਨੂੰ ਚਾਹੀਦਾ ਸੂਬਾ ਸਰਕਾਰ ਨੂੰ ਵੱਧ ਤੋਂ ਵੱਧ ਮਦਦ ਦੇਣ, ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਕਿ ਆਪਣੇ ਫਰੰਟ ਲਾਈਨ ਤੇ ਕੰਮ ਕਰਨ ਦੀ ਵੱਧ ਤੋਂ ਵੱਧ ਮਦਦ ਕਰਨ, ਤਾਂ ਕਿ ਹੌਸਲੇ ਨਾਲ ਉਹ ਵਿਚਾਰੇ ਕੰਮ ਕਰ ਸਕਣ। ਧੰਨਵਾਦ ਜੀ। ਜੀ ਪਿਆਰਾ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਢਿੱਲੋਂ ਸਾਹਿਬ 2-3 ਕਾਲਸ ਨੇ ਜਿਹੜੀਆਂ ਆਪਾਂ ਲੈ ਲਈਏ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਗੁਰਜਿੰਦਰ ਬੋਲਦਾ ਜੀ। ਜੀ ਕੀ ਕਹਿਣਾ ਜੀ ਤੁਹਾਡਾ ਅੱਜ ਦੇ ਮਾਮਲੇ ਤੇ? ਮੇਰਾ ਤਾਂ ਇਹੀ ਕਹਿਣਾ ਜੀ, ਆਪਣੇ ਪੰਜਾਬ ਦੀ ਕਹਾਵਤ ਹੈ 100 ਗੰਡਾ ਵੀ ਸਾਡਾ 100 ਛਿੱਤਰ ਵੀ ਖਾ ਰਿਹਾ। ਲੋਕਡਾਊਨ ਜਿਹੜਾ ਹੈਗਾ ਜੀ, ਉਹ ਪ੍ਰੋਪਰ ਲੋਕਡਾਊਨ ਨਹੀਂ ਸੀ। ਹਰ ਇੱਕ ਬੰਦੇ ਨੂੰ ਚੱਕ ਕੇ ਪਾਸ ਮਤਲਬ ਚੱਕ ਕੇ ਇਸ਼ੂ ਕਰੀ ਜਾਂਦੇ, ਹਰ ਇੱਕ ਨੂੰ ਇਸ਼ੂ ਕਰੀ ਜਾਂਦੇ ਸੀ। ਬਿਹਾਰਾਂ ਦੇ ਵਿੱਚ ਹੁਣ ਮੈਂ ਬਠਿੰਡੇ ਦੇ ਹੀ ਰਹਿਣ ਵਾਲਾ ਜੀ, ਲੋਕਲ ਨਾਲ ਹੀ ਗੋਬਿੰਦਪੁਰਾ ਪਿੰਡ ਆ ਜੀ। ਸਾਡੇ ਪਿੰਡ ਦੇ ਵਿੱਚ ਪਰਸੋਂ ਪੋਜ਼ਿਟਿਵ ਮਰੀਜ਼ ਇੱਕ ਆਇਆ, ਬਾਹਰੋਂ ਆਇਆ ਸੀ, ਫੌਜ ਦੇ ਵਿੱਚੋਂ ਉਹ ਭਰਤੀ ਸੀਗਾ। ਤੇ ਮਤਲਬ ਹੁਣ ਸਾਰਾ ਪਿੰਡ ਮੂੰਹ ਬੰਨੀ ਫਿਰਦਾ। ਪਹਿਲਾਂ ਕਿਸੇ ਬੰਦੇ ਨੇ ਕੋਈ ਇhtiyਾਤ ਨਹੀਂ ਰੱਖਿਆ, ਇਕੱਲਾ ਸਰਕਾਰਾਂ ਦੇ ਸਿਰਦੇ ਆ। ਸਰਕਾਰਾਂ ਆਪਾਂ ਨੂੰ ਪਤਾ ਆਪਣੇ ਕਿੰਨਾ ਸਿਰਦਾ ਜੀ, ਪਹਿਲਾਂ ਤੋਂ ਹੀ, ਕੋਈ ਅੱਜ ਨਹੀਂ, ਕੋਈ ਵੀ ਸਰਕਾਰ ਤੋਂ ਹੋਵੇ ਕਿ ਲੋਕ ਆਪਦਾ ਜਿਹੜਾ ਲੋਕਡਾਊਨ ਸੀਗਾ, ਮੈਂ ਉਹਨੂੰ ਲੋਕਡਾਊਨ ਨਹੀਂ ਮੰਨਦਾ, ਕਿਉਂਕਿ ਭੀੜ ਤਾਂ 10 ਬੰਦਿਆਂ ਦੀ 20 ਬੰਦਿਆਂ ਦੀ ਇਕੱਠੀ ਹੋਈ ਤਾਂ ਵੀ ਇੱਕੋ ਗੱਲ ਆ, 50 ਬੰਦੇ ਹੋ ਜਾਣ ਤਾਂ ਵੀ ਇੱਕੋ ਗੱਲ ਆ। ਵਾਇਰਸ ਤਾਂ ਉਹਨੇ ਫੈਲਣਾ ਜੀ। ਕਈ ਕਹਿਣਗੇ ਬਾਅਦ 2 ਮਿੰਟ ਹੀ ਬਾਹਰ ਗਿਆ ਸੀ, 10 ਮਿੰਟ ਹੀ ਗਿਆ ਸੀ। ਵਾਇਰਸ ਨਹੀਂ ਆਇਆ ਤਾਂ ਨਹੀਂ ਕੋਈ 5-7 ਘੰਟੇ ਤੁਹਾਡੇ ਸਰੀਰ 'ਚ ਐਂਟਰ ਕਰਨਾ, 2 ਘੰਟਾ ਜੀ ਇਹ ਚੱਲ ਜਾਂਦਾ। ਲੋਕ ਵੀ ਨਹੀਂ ਜਾਗਰੂਕ। ਸਭ ਜੁਲਾਈ ਦੀ ਸਥਿਤੀ ਸੁਣਦਾ ਮੇਰੇ ਨੂੰ ਬਿਹਤਰ ਜਾਣਕਾਰੀ ਆ। ਜੁਲਾਈ ਦੇ ਵਿੱਚ ਬਹੁਤ ਬੁਰਾ ਹਾਲ ਹੋਣਾ ਹੋਇਆ, ਪ੍ਰਮਾਤਮਾ ਜੀ ਰੱਖਿਆ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤੇ ਅਗਲੇ ਕਾਲਰ ਵੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਲੱਗਦਾ ਕਾਲ ਜਿਹੜੀ ਡ੍ਰੌਪ ਹੋ ਗਈ ਹੈ। ਤਾਂ ਢਿੱਲੋਂ ਸਾਹਿਬ, ਸਾਰਿਆਂ ਦਾ ਇਹੀ ਕਹਿਣਾ ਹੈ ਕਿ ਵਾਕਿਆ ਹੀ ਸਮਾਜ ਦੇ ਵਿੱਚ ਸਾਰੇ ਰਹਿ ਰਹੇ ਨੇ ਤਾਂ ਉਹ ਸਾਵਧਾਨੀਆਂ ਜਿਹੜੀਆਂ ਵਰਤਣ ਲਈ ਕਹੀਆਂ ਜਾਂਦੀਆਂ ਨੇ, ਜਾਂ ਜਿਹੜੀਆਂ ਸਾਨੂੰ ਪਤਾ ਹੈ ਕਿ ਇਸ ਚੀਜ਼ ਦੇ ਨਾਲ ਅਸੀਂ ਸੰਭਲ ਸਕਦੇ ਹਾਂ, ਹੈ ਨਾ, ਉਹ ਨਹੀਂ ਵਰਤੀਆਂ ਗਈਆਂ। ਤਾਂ ਆਪਣੀ ਗੱਲ ਸੀਗੀ ਜਿਹੜੀ ਉਹ ਸੀਗੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਨਾਲ ਸੰਬੰਧਿਤ, ਕਿ ਜਿਨ੍ਹਾਂ ਨੇ ਉਹਨਾਂ ਦੇ ਸੰਸਕਾਰ ਦਾ ਵਿਰੋਧ ਕੀਤਾ ਸੀ, ਉਹਨਾਂ ਤੇ ਹੁਣ ਮਾਮਲਾ ਜਿਹੜਾ ਦਰਜ ਹੋ ਗਿਆ। ਤਾਂ ਇਸ ਬਾਬਤ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਜਾਣਕਾਰੀ ਦਿਓ। ਮੈਂ ਸਮਝਦਾ ਹੈਗਾ ਕਿ ਜਦੋਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਹੋਰਾਂ ਦਾ ਦੇਹਾਂਤ ਹੋਇਆ, ਉਸ ਵੇਲੇ ਹੀ ਗੱਲ ਚੱਲ ਰਹੀ ਸੀ ਕਿ ਉਹਨਾਂ ਦਾ ਜਿਹੜਾ ਦੇਹਾਂਤ ਹੈ ਉਹ ਕਰੋਨਾ ਦੇ ਨਾਲ ਨਹੀਂ, ਦਿਲ ਦਾ ਦੌਰਾ ਪੈਣ ਨਾਲ ਹੋਇਆ, ਜੋ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਸਪਸ਼ਟ ਕਰੇਗੀ। ਜਿਨ੍ਹਾਂ ਨੇ ਉਸ ਵੇਲੇ ਵਿਰੋਧ ਕੀਤਾ, ਸਾਡੇ ਵਿੱਚ ਜਾਗਰੂਕਤਾ ਦੀ ਘਾਟ ਹੈ। ਅਸੀਂ ਜਾਤੀ ਆਧਾਰਿਤ ਸਿਸਟਮ ਦੇ ਵਿੱਚੋਂ ਅਜੇ ਤੱਕ ਨਹੀਂ ਨਿਕਲ ਸਕੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਇਹ ਕਿਹਾ ਸੀ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਸਾਡਾ ਧਰਮ ਜਿਹੜਾ ਪੈਦਾ ਹੋਇਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵੇਲੇ ਅੰਮ੍ਰਿਤਪਾਨ ਕਰਾਇਆ 5 ਪਿਆਰਿਆਂ ਨੂੰ, ਉਹ ਪੰਜੋ ਹੀ ਵੱਖਰੀ ਵੱਖਰੀ ਜਾਤੀ ਦੇ ਸਨ। ਉਹਨਾਂ ਨੂੰ ਇਕੱਠਿਆਂ ਨੂੰ ਅੰਮ੍ਰਿਤਪਾਨ ਕਰਾ ਕੇ ਇਹ ਦੱਸਣ ਦਾ ਸੰਦੇਸ਼ ਦਿੱਤਾ ਸੀ ਕਿ ਇਨਸਾਨ ਇੱਕ ਹੈ, ਮਾਨਸ ਇੱਕ ਹੈ। ਇਹ ਜਾਤਾਂ ਪਾਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਕਾਰੋਬਾਰ ਨੇ, ਉਸ ਤਰ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ ਬੰਨ੍ਹ ਦਿੱਤਾ ਜਾਂਦਾ। ਭਾਵੇਂ ਪਹਿਲਾਂ ਦੇ ਮੁਕਾਬਲੇ ਜਾਗਰੂਕਤਾ ਆਈ ਆ। ਕੋਈ ਸਮਾਂ ਸੀ ਜਦੋਂ ਜੇ ਅੰਤਰਜਾਤੀ ਵਿਆਹ ਹੁੰਦੇ ਸੀ ਤਾਂ ਕਤਲ ਤੱਕ ਹੋ ਜਾਂਦੇ ਸੀ। ਨੀਵੀਂ ਜਾਤ ਵਾਲਿਆਂ ਨੂੰ ਅਜੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੂੰ ਦਰਕਾਰਿਆ ਜਾਂਦਾ ਹੈ। ਇੱਥੋਂ ਤੱਕ ਕਿ ਅਸੀਂ ਤਾਂ ਗੁਰੂ ਸਾਹਿਬ ਨੇ ਜਦੋਂ ਕਿਹਾ ਵੀ ਇੱਕ ਹੈ ਸਾਰਾ ਕੁਝ, ਜਾਤੀ ਆਧਾਰ ਤੇ ਧਾਰਮਿਕ ਸਥਾਨ ਵੀ ਬਣਾ ਲਏ ਨੇ, ਜੋ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਤੇ ਹੁਣ ਸਰਕਾਰ ਨੇ ਜਿਹੜਾ ਪਰਚਾ ਦਰਜ ਕਰ ਦਿੱਤਾ, ਉਸ ਵੇਲੇ ਉਹਨਾਂ ਲੋਕਾਂ ਨੂੰ ਵੀ ਸਲਾਮ ਹੈ ਜਦੋਂ ਘਰਾਂ ਦੇ ਜਿਹੜੇ ਮਾਪੇ ਭੱਜ ਗਏ। ਮਾਪਿਆਂ ਨੇ ਆਪਦੇ ਜਿਹੜੇ ਵਿਅਕਤੀ ਸੀ ਉਹਨਾਂ ਦੀਆਂ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਉਸ ਵੇਲੇ ਕੁਝ ਅਧਿਕਾਰੀ ਅੱਗੇ ਆਏ ਜਿਨ੍ਹਾਂ ਨੇ ਉਹਨਾਂ ਲਾਸ਼ਾਂ ਦਾ ਸੰਸਕਾਰ ਕੀਤਾ। ਸਾਡੇ ਵਿੱਚ ਜਾਗਰੂਕਤਾ ਦੀ ਘਾਟ ਹੈ। ਅਸੀਂ ਇਤਿਹਾਤ ਵਰਤ ਕੇ ਸਾਰਾ ਕੁਝ ਕਰ ਸਕਦੇ ਹਾਂ। ਇਹ ਬਿਮਾਰੀ ਲਾਗ ਦੀ ਬਿਮਾਰੀ ਹੈ। ਇਹਦੇ ਨਾਲ ਜਿਹੜਾ ਇਹ ਵਿਸ਼ਾਣੂ ਹੈ ਉਹ ਲਾਗ ਨਾਲ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦਾ ਹੈਗਾ। ਤਾਂ ਸਾਨੂੰ
ਜੇ ਅੱਜ ਪਰਚਾ ਦਰਜ ਕੀਤਾ, ਇਹ ਨੌਬਤ ਕਿਉਂ ਪਈ ਜੇ ਅਸੀਂ ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ। ਕਾਰਨ ਫਿਰ ਉਹੀ ਆ ਗਿਆ ਕਿ ਜਿਹੜੀ ਰਾਜਨੀਤੀ ਆ ਭਾਰੂ ਹੋਈ ਵੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਕੀਰਤਨ ਕੀਤਾ ਤੇ ਪਦਮ ਸ਼੍ਰੀ ਤਾਂ ਫਿਰ ਉਹਨਾਂ ਦੇ ਨਾਲ ਨਾਲ ਲੱਗਦਾ ਹੈ ਨਾ। ਉਹਨਾਂ ਦੀ ਸਵੈ ਜੀਵਨੀ ਬਾਰੇ ਮੈਂ ਕੁਝ ਅਖਬਾਰਾਂ ਦੇ ਵਿੱਚ ਪੜ੍ਹਿਆ ਕਿ ਉਹਨਾਂ ਨੂੰ ਵੀ ਕੁਝ ਦੂਜੀ ਜਾਤੀ ਵਾਲੇ ਲੋਕ ਇਸ ਤਰ੍ਹਾਂ ਦੇ ਕਮੈਂਟ ਕਰਦੇ ਸੀ ਜੋ ਸਿੱਖ ਧਰਮ ਦੇ ਵਿੱਚ ਕਦੇ ਵੀ ਇਜਾਜ਼ਤ ਨਹੀਂ ਦਿੰਦੇ। ਅਸੀਂ ਇਨਸਾਨ ਹੈ, ਕਾਰੋਬਾਰ ਦੇ ਮੁਤਾਬਕ ਵਿੱਚ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਹਾਂ। ਸਾਨੂੰ ਸਭ ਤੋਂ ਪਹਿਲਾਂ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਹੈ। ਕਿਸੇ ਨੇ ਬਹੁਤ ਖੂਬਸੂਰਤ ਲਿਖਿਆ, ਪੱਥਰਾਂ ਨੂੰ ਪੂਜਣ ਵਾਲਿਓ ਕੁਝ ਕਦਰ ਕਰੋ ਇਨਸਾਨਾਂ ਦੀ। ਸਾਨੂੰ ਇਨਸਾਨਾਂ ਦੀ ਕਦਰ ਕਰਨੀ ਚਾਹੀਦੀ ਹੈ। ਇਨਸਾਨ ਭਾਵੇਂ ਕੋਈ ਵੀ ਹੋਵੇ, ਇਨਸਾਨ ਹੈ। ਅਸੀਂ ਦੇਖਿਆ ਕਿ ਇਸ ਤਾਲਾਬੰਦੀ ਦੇ ਵਿੱਚ ਕਿਵੇਂ ਇਨਸਾਨਤਾ ਦਾ ਘਾਣ ਹੋਇਆ। ਰੇਲਵੇ ਟਰੈਕਾਂ ਦੇ ਉੱਤੇ ਮਜ਼ਦੂਰਾਂ ਨੂੰ ਵੱਢਿਆ ਗਿਆ, ਹਾਦਸਿਆਂ ਦੇ ਵਿੱਚ ਉਹਨਾਂ ਦੀਆਂ ਜਾਨਾਂ ਗਈਆਂ, ਸੜਕਾਂ ਤੇ ਜਨੇਪੇ ਹੋਏ, ਬਹੁਤ ਸਾਰੇ ਕਿਵੇਂ ਤਿੰਨ ਬੱਚਿਆਂ ਨੂੰ ਚੱਕ ਕੇ ਜਾ ਰਹੇ ਨੇ। ਇਹਦਾ ਮਤਲਬ ਪਹਿਲਾਂ ਤਾਂ ਹੀ ਅਸੀਂ ਸ਼ੁਰੂ ਤੋਂ ਸੁਹਿਰਦ ਨਹੀਂ। ਜੇ ਅਸੀਂ ਆਪਣੀ ਆਬਾਦੀ ਤੇ ਕੰਟਰੋਲ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਦਾ ਘਟਨਾਕ੍ਰਮ ਨਹੀਂ ਵਰਤਦਾ ਸੀ। ਜਿਹੜਾ ਅਰਬਾਂ ਰੁਪਈਆ ਵਿਦੇਸ਼ਾਂ ਵਿੱਚ ਭਾਰਤ ਦਾ ਜਾ ਰਿਹਾ ਉਹ ਨਹੀਂ ਜਾਂਦਾ ਸੀ ਜੇ ਅਸੀਂ ਆਬਾਦੀ ਕੰਟਰੋਲ ਕੀਤੀ ਹੁੰਦੀ, ਆਬਾਦੀ ਤੇ ਕਾਬੂ ਰੱਖਿਆ ਹੁੰਦਾ। ਅਸੀਂ ਰੱਖਣ 'ਚ ਕਾਮਯਾਬ ਨਹੀਂ ਹੋਏ। ਇਸੇ ਕਾਰਨ ਜੇ ਆਬਾਦੀ ਤੇ ਕੰਟਰੋਲ ਹੁੰਦਾ ਤਾਂ ਵਿਦੇਸ਼ਾਂ 'ਚ ਭੱਜਣ ਦੀ ਥਾਂ ਤੇ ਵਿਦੇਸ਼ੀ ਲੋਕ ਭਾਰਤ ਵਿੱਚ ਆਇਆ ਕਰਦੇ। ਇਸ ਕਰਕੇ ਅਸੀਂ ਮਤਲਬ ਸਾਡੇ ਹੁਕਮਰਾਨਾਂ ਨੇ ਆਪਣੀਆਂ ਸਿਆਸਤਾਂ, ਆਪਣੇ ਘਰ, ਉਹਨਾਂ ਨੂੰ ਚਮਕਾਉਣ ਵੱਲ ਸਾਰਾ ਜ਼ੋਰ ਦਿੱਤਾ। ਜੇ ਗੰਭੀਰਤਾ ਦੇ ਨਾਲ ਰਾਜਾਂ ਨੂੰ ਅਤੇ ਦੇਸ਼ ਨੂੰ ਚਮਕਾਉਣ ਦਾ ਯਤਨ ਕੀਤਾ ਹੁੰਦਾ, ਦੇਸ਼ ਨੂੰ ਸੁਧਾਰ ਕਰਨ ਦਾ ਯਤਨ ਕੀਤਾ ਹੁੰਦਾ ਤਾਂ ਅੱਜ ਅਸੀਂ ਬਹੁਤ ਅੱਗੇ ਨਿਕਲ ਸਕਦੇ ਸੀ। ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ। ਤਾਂ ਅਸੀਂ ਅੱਜ ਤੋਂ ਆਪਣੇ ਆਪ ਨੂੰ ਇਹ ਅਹਿਦ ਕਰ ਲਈਏ ਕਿ ਅਸੀਂ ਦੇਸ਼ ਨੂੰ ਦੇਸ਼ ਬਣਾਉਣਾ ਹੈ। ਉਹ ਤਾਂ ਉਸ ਤਰੀਕੇ ਦੇ ਨਾਲ ਨੀਤੀਆਂ ਬਣਾਈਆਂ ਜਾਣ, ਉਸ ਤਰੀਕੇ ਦੇ ਨਾਲ ਅੱਗੇ ਲਿਆਂਦਾ ਜਾਵੇ। ਜਦੋਂ ਤੱਕ ਇਸ ਮੁਲਕ ਦੇ ਵਿੱਚ ਸਿੱਖਿਆ ਤੇ ਸਿਹਤ, ਇਹ ਦੋਨੇ ਚੀਜ਼ਾਂ ਦਾ ਸੁਧਾਰ ਨਹੀਂ ਹੋਵੇਗਾ, ਉਦੋਂ ਤੱਕ ਜਿਹੜਾ ਮੁਲਕ ਦਾ ਬੇੜਾ ਇਸੇ ਤਰ੍ਹਾਂ ਗਰਕਦਾ ਰਹੇਗਾ। ਔਰ ਸਿਆਸੀ ਆਗੂ ਮਤਲਬ ਇਸੇ ਤਰ੍ਹਾਂ ਦੇ ਕਮੈਂਟ ਕਰਦੇ ਰਹਿਣਗੇ, ਪਾਰਲੀਮੈਂਟਾਂ ਜੁੜਦੀਆਂ ਰਹਿਣਗੀਆਂ, ਵਿਧਾਨ ਸਭਾਵਾਂ ਜੁੜਦੀਆਂ ਰਹਿਣਗੀਆਂ, ਲੇਕਿਨ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਇਸੇ ਤਰ੍ਹਾਂ ਬਰਕਰਾਰ ਰਹਿਣਗੀਆਂ। ਜੀ ਬਿਲਕੁਲ। ਤੇ ਇੱਕ ਕਾਲਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨਾਲ ਅਸੀਂ ਗੱਲ ਕਰ ਲਈ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਢਿੱਲੋਂ ਸਾਹਿਬ, ਆਪ ਜੀ ਨੂੰ ਤੇ ਬੀਬਾ ਜੀ ਨੂੰ ਗੁਰਫਤਿਹ ਜੀ ਤੇ ਫਤਿਹ ਜੀ। ਫਤਿਹ ਹਾਂਜੀ ਹਾਂਜੀ ਢਿੱਲੋਂ ਸਾਹਿਬ 1100 ਦੇ ਕਹਿਣ ਨੂੰ ਗੱਲ ਤਾਂ ਕੋਈ ਛੱਡਦੇ ਨਹੀਂ, ਪਰ ਫਿਰ ਵੀ ਸਾਨੂੰ ਹਿੱਸਾ ਲੈਣ ਵਾਸਤੇ ਕੋਈ ਨਾ ਕੋਈ ਗੱਲ ਕਰਨੀ ਪੈਂਦੀ ਹੈ ਤੇ ਚਾਹੀਦੀ ਵੀ ਹੈ ਜੀ। ਤੁਸੀਂ ਦੋ ਟੌਪਿਕ ਲਿਆ ਜੀ, ਕਰੋਨਾ ਵਾਲਾ ਤੇ ਇੱਕ ਰਿਹਾ ਤੁਸੀਂ ਗੈਸ ਵਾਲਾ ਰੇਟ ਦਾ। ਮੈਂ ਕੁਲਦੀਪ ਸਿੰਘ ਬੋਲਦਾ ਜੀ ਕੈਨੇਡਾ ਤੋਂ। ਗੱਲ ਕਰਦੇ ਰਹੀਦਾ ਤੁਹਾਡੇ ਨਾਲ ਤੇ ਤੁਹਾਨੂੰ ਉਡੀਕਦੇ ਰਹੀਦਾ ਤੁਹਾਡਾ ਕਦੋਂ ਹਫ਼ਤਾ ਜਿਹੜੇ ਆਉਂਦੇ ਦਿਨ। ਬੇਨਤੀ ਹੈ ਵੀ ਕਰੋਨਾ ਬਾਰੇ ਜਿਹੜੀ ਤੁਸੀਂ ਇੱਕ ਹੀ ਗੱਲ ਕਰਨੀ ਹੈ, ਜਿਹੜੀ ਮਤਲਬ ਪਾਰਟੀਆਂ ਜਿਹੜੀਆਂ ਇਹ ਵਿਤਕਰਾ ਕਰਦੀਆਂ, ਇਹ ਤਾਂ ਵਿਤਕਰਾ ਤਾਂ ਵੇਖੋ ਜੀ ਇਹਨਾਂ ਨੂੰ ਬਿਲਕੁਲ ਬਿਮਾਰੀ 'ਚ ਨਹੀਂ ਕਰਨਾ ਚਾਹੀਦਾ। ਉਹ ਵਿਤਕਰਾ ਤਾਂ ਕਰੀ ਜਾਣ, ਇਹਨਾਂ ਨੇ ਹਟਣਾ ਹੀ ਨਹੀਂਗਾ। ਹੁਣ ਵੀ ਇਹ ਸਰਪੰਚਾਂ ਤੋਂ ਲੈ ਕੇ ਪ੍ਰਧਾਨ ਮੰਤਰੀ ਤਾਂ ਹੀ ਵਿਤਕਰਾ ਹੋਇਆ ਜੀ ਹਰੇਕ ਕੰਮ 'ਚ। ਮਤਲਬ ਜਿਹੜਾ ਸਮਾਨ ਮਿਲਿਆ, ਹੋਰ ਮਿਲਿਆ, ਇਹਦੀ ਅਸੀਂ ਮਤਲਬ ਬਾਹਰ ਨਹੀਂ ਇਹ ਗੱਲ ਹੁੰਦੀ ਜੀ। ਬਾਹਰ ਤਾਂ ਤਕਰੀਬਨ ਠੀਕ ਹੈ 10-15% ਕੋਈ ਨਾ ਕੋਈ ਹੁੰਦਾ ਹੋਊਗਾ ਕੇਸ, ਬਾਹਰ ਨਹੀਂ ਹੁੰਦਾ ਜੀ। ਬਾਹਰ ਕੋਈ ਮਤਲਬ ਕੋਈ ਕਿਸੇ ਦੀ ਸਰਕਾਰ ਹੋਵੇ ਇੱਕੋ ਜਿਹਾ ਹੀ ਹੋਣਾ। ਜੇ ਹੋਇਆ ਤਾਂ ਉਹਦਾ ਬੜਾ ਦੂਜਾ ਉਹਦਾ ਵਿਰੋਧ ਬਹੁਤ ਹੋਣਾ ਜੀ। ਫਿਰ ਮਤਲਬ ਪ੍ਰਧਾਨ ਮੰਤਰੀ ਤੱਕ ਵਿਰੋਧ ਹੋਣਾ, ਉਹਨੂੰ ਪਤਾ ਲੱਗਣਾ, ਉਹਨੇ ਉਹਦਾ ਫਿਰ ਦੇਣਾ ਪੈਣਾ ਟੈਸਟ ਵੀ ਮੈਂ ਆਹ ਗੱਲ ਕਰਕੇ ਕੋਈ ਗੱਲ ਨਹੀਂ, ਸੌਰੀ ਕਰਨੀ ਪੈਣੀ ਹੈ। ਕੁਲਦੀਪ ਜੀ, ਦੂਜੀ ਗੱਲ ਹੈ ਜੀ ਗੈਸ ਦੀ ਤਾਂ ਹੁਣ ਸਾਹਮਣੇ ਆਈ ਜੋ ਦੂਜੇ ਦੇਸ਼ਾਂ 'ਚ ਸਾਰਾ ਕੁਝ ਕੱਚਾ ਤੇਲ ਘਟ ਗਿਆ। ਸਾਡੇ ਹੁਣ ਵੇਖੋ ਜੀ $1.5 ਸੀਗਾ ਤੇ ਹੁਣ ਮਤਲਬ ਰੇਟ $1 ਤੋਂ ਵੀ ਘਟ ਗਿਆ ਸੀਗਾ। ਉਸ ਤੋਂ ਬਾਅਦ ਹੁਣ ਚਲੋ ਹੋਇਆ $1 ਮਤਲਬ ਸਾਰਿਆਂ ਨੇ ਘਟਾਇਆ ਤੇ ਇਹ ਵਧਾਉਣ ਦੀ ਪਤਾ ਨਹੀਂ ਕੀ ਨੀਤੀ ਆ। ਹੁਣ ਤੁਸੀਂ ਮੀਡੀਆ ਵਾਲਾ ਕਿੰਨਾ ਜ਼ੋਰ ਆਇਆ, ਪਾਰਟੀਆਂ ਜ਼ੋਰ ਲਾ ਰਹੀਆਂ ਵੀ ਦੱਸੋ ਇਹ ਕੀ ਗੱਲ ਆ। ਕੋਈ ਦੱਸੇ ਤਾਂ ਸਹੀ ਨਾ, ਕੋਈ ਕਾਰਨ ਤਾਂ ਦੱਸ ਦੇਵੇ ਵੀ ਇਹ ਸਾਡਾ ਐ ਥੋੜਾ ਵੀ ਜੇ ਮਰਜ਼ੀ ਨਾਲ ਕੋਈ ਵਧਾ ਦੇਵੇ, ਮਰਜ਼ੀ ਨਾਲ ਕੋਈ ਜੇ ਹੁਣ ਜੇ ਥੱਲੋਂ ਭਾਅ ਵੱਧਦਾ ਗੱਲ ਦਾ ਕਿਸੇ ਦਾ ਕੱਚੇ ਮਾਲ ਦਾ, ਫੇਰ ਤਾਂ ਵਧਾਉਣਾ ਹੀ ਹੈ। ਜੇ ਘਟਿਆ ਫੇਰ ਵੀ ਵਧਾਉਣਾ ਤੇ ਫਿਰ ਤਾਂ ਲੋਕਾਂ ਨੂੰ ਮਤਲਬ ਇੱਕ ਬਹੁਤ
ਖਰਾਬ ਕਰਨ ਵਾਲੀ ਗੱਲ ਹੈ, ਉਹਨਾਂ ਨੂੰ ਬੇਸ਼ਰਮ ਕਰਨ ਵਾਲੀ ਗੱਲ ਹੀ ਹੈ ਵੀ ਜਦ ਤੁਸੀਂ ਜ਼ੋਰ ਲਾ ਲਓ ਅਸੀਂ ਤਾਂ ਵਧਾਤਾ। ਧੰਨਵਾਦ ਜੀ। ਜੀ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਵੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਹਾਂ, ਮੈਂ ਚੰਡੀਗੜ੍ਹ ਤੋਂ ਬੋਲਦਾ, ਦਲਵੀਰ ਸਿੰਘ ਜੀ। ਜੀ ਦਲਵੀਰ ਜੀ, ਕੀ ਕਹਿਣਾ ਤੁਹਾਡਾ ਅੱਜ ਦੇ ਮਾਮਲੇ ਤੇ? ਮੈਂ ਤਾਂ ਜੀ ਇਹ ਕਹਿਣਾ ਜੀ, ਮੈਂ ਦਿੱਲੀ ਜਾ ਕੇ ਆਇਆ ਸੀਗਾ। ਮੈਂ ਦਿੱਲੀ ਦੇ ਹਸਪੀਟਲਾਂ ਦੀ ਸਥਿਤੀ ਦੇਖੀ ਹੈ, ਉੱਥੇ ਬਹੁਤ ਵਧੀਆ ਸਥਿਤੀ ਹੈ। ਜਿਹੜੇ MCD ਦੇ ਹਸਪੀਟਲ ਹੈ ਨਾ, ਉਹ ਤਨਖਾਹ ਨਹੀਂ ਦੇ ਰਹੇ, ਉਹ BJP ਦੇ ਅੰਡਰ ਨੇ, ਦੇਖੋ ਸੈਂਟਰ ਸਰਕਾਰ ਦੇ ਨੇ। ਤੇ ਜਿਹੜੇ ਦਿੱਲੀ ਸਰਕਾਰ ਦੇ ਹਸਪੀਟਲ ਨੇ, ਉਹਨਾਂ ਦੇ ਡਾਕਟਰਾਂ ਦਾ ਰਹਿਣ ਸਹਿਣ ਬੜਾ ਵਧੀਆ, ਉਹਨਾਂ ਨੇ 5 ਸਟਾਰ ਹੋਟਲ 'ਚ ਕੀਤਾ ਹੋਇਆ। ਤੇ ਉਹਨਾਂ ਦਾ ਹੋਰ ਉਹਨਾਂ ਨੂੰ ਬਹੁਤ ਕਿੱਟਾਂ ਕੁੱਟਾਂ, ਉਹਨਾਂ ਦੇ ਘਰੇ ਸਮਾਨ ਛੱਡਣ ਆਉਣ ਨੂੰ ਉਹਨਾਂ ਨੂੰ ਕਿਹਾ ਤੁਸੀਂ ਕਿਸੇ ਚੀਜ਼ ਦੀ ਵਰੀ ਨਹੀਂ ਕਰਨੀ, ਤੁਸੀਂ ਸਿਰਫ ਸਾਨੂੰ ਦੱਸੋ। ਗਵਰਨਮੈਂਟ ਨੇ ਆਪਣਾ ਸਪੈਸ਼ਲ ਨੰਬਰ ਦਿੱਤਾ ਵੀ ਤੁਹਾਡੇ ਘਰੇ ਕੋਈ ਸਮਾਨ ਵੀ ਚਾਹੀਦਾ, ਗਵਰਨਮੈਂਟ ਉਹਨਾਂ ਦੇ ਘਰੇ ਸਮਾਨ ਪਹੁੰਚਾਉਂਦੀ ਹੈ, ਵੀ ਕੋਈ ਗਰੋਸਰੀ ਵਗੈਰਾ ਕੁਝ ਵੀ। ਦਿੱਲੀ ਸਰਕਾਰ ਸਰ ਬਹੁਤ 100% ਸਹੀ ਕੰਮ ਕਰ ਰਹੀ ਹੈ। ਇਹ ਤਾਂ ਸਾਰਾ BJP ਨੇ ਉੱਥੇ ਗੰਦ ਪਾ ਰੱਖਿਆ, ਤੇ ਰਾਜਨੀਤੀ ਕਰ ਕਰਕੇ ਉਧਰਲੇ ਡੈਡ ਬੋਡੀ ਜਾ ਕੇ ਉਧਰ ਸਿੱਟ, ਉਧਰਲੇ ਉਧਰ ਸਿੱਟ, ਯਾਨੀ ਬੰਦੇ ਨੂੰ ਖਿਲਾਉਣਾ ਬਣਾਤਾ ਇਹਨਾਂ ਨੇ ਜੀ। ਹੁਣ ਸਾਡੇ ਸਰ ਚੰਡੀਗੜ੍ਹ ਹੈ, ਇੱਥੇ ਜਿਹੜਾ ਸਾਡਾ ਮੁਰਦੇ 100-150 ਡੈਡ ਬੋਡੀ ਰੋਜ਼ ਜਾਂਦੀ ਹੈ। ਉਹ ਠੇਕੇਦਾਰ ਕਹਿੰਦੇ ਵੀ ਜੇ ਇਹ ਤੋਂ ਘੱਟ ਜਲੇ ਨਾ ਤਾਂ ਸਾਨੂੰ ਨੁਕਸਾਨ ਹੈ। ਇਹਦੇ ਵਿੱਚ 10-20 ਲਾਸ਼ਾਂ ਡੇਲੀ ਨਫਸਾਤੀਆਂ ਵੀ ਆ ਜਾਂਦੀਆਂ ਨੇ, ਜਿਹੜੀਆਂ ਕੋਈ ਸੜਕ ਤੇ ਮਰ ਗਿਆ ਵਿਚਾਰਾ, ਕੋਈ ਮੰਗਤਾ ਮਰ ਗਿਆ, ਕੋਈ ਐਸਾ ਮਰ ਗਿਆ, ਕੋਈ ਨੈਚੁਰਲ ਡੈਥ ਨਾਲ ਵੀ ਮਰਦੇ ਨੇ। ਤੇ ਕਰੋਨਾ ਨਾਲ ਤਾਂ ਚਲੋ 1-2-4 ਹੀ ਹੁੰਦੇ ਨੇ ਜੀ। ਤੇ ਉਹ ਤਾਂ ਸਰ 2.5 ਲੱਖ ਕਰੋੜ, ਉੱਥੇ ਤਾਂ 2.5 ਕਰੋੜ ਦੀ ਆਬਾਦੀ ਹੈ ਦਿੱਲੀ ਤਾਂ। ਉੱਥੇ ਤਾਂ ਸਮਝ ਲਓ ਵੀ ਘੱਟੋ ਘੱਟ ਕਿੰਨੇ ਸ਼ਮਸ਼ਾਨ ਘਾਟ ਉੱਤੇ ਕਿੰਨੀਆਂ ਡੈਡ ਬੋਡੀਆਂ ਨੇ ਜੀ, ਜਿਹੜੀਆਂ ਨੈਚੁਰਲ ਡੈਥ ਨਾਲ ਚੱਲਦੀਆਂ ਹੋਣਗੀਆਂ ਜੀ। ਇਹ ਸਰ BJP ਜਿਹੜੀ ਗੰਦੀ ਰਾਜਨੀਤੀ ਕਰ ਰਹੀ ਸਰ, ਮੈਨੂੰ ਪਸੰਦ ਨਹੀਂ ਆਈ ਇਹਨਾਂ ਦੀ ਰਾਜ ਕਰਨ ਦੀ ਨੀਤੀ। ਵੀ ਇੱਕ ਮਿੰਟ ਤੁਸੀਂ ਦੇਖੋ, ਲੱਖ ਕਰੋੜ ਰੁਪਈਆ ਤਾਂ ਦਿੱਲੀ ਸਰਕਾਰ ਦਾ ਇਹਨਾਂ ਵੱਲ GST ਦਾ ਬਕਾਇਆ ਪਿਆ, ਜਿਹੜਾ ਉਹਨੂੰ ਰਿਲੀਜ਼ ਹੀ ਨਹੀਂ ਕਰ ਰਹੇ। ਪਰ ਫਿਰ ਵੀ ਉਹ ਬੰਦਾ ਆਪਣੇ ਦਮ ਤੇ ਇਮਾਨਦਾਰੀ ਨਾਲ ਸਹੀ ਕੰਮ ਕਰ ਰਿਹਾ। ਮੈਨੂੰ ਲੱਗਦਾ ਵੀ ਸ਼ਾਇਦ ਜੇ ਇਦਾਂ ਦਾ ਬੰਦਾ ਪ੍ਰਾਈਮ ਮਿਨਿਸਟਰ ਬਣ ਜੇ ਨਾ, ਸ਼ਾਇਦ ਦੇਸ਼ ਚਮਕ ਸਕਦਾ ਤੇ ਉਹ ਕਿਸੇ ਨਾਲ ਪਹਿਲਾਂ ਦੀ ਭੇਦਭਾਵ ਵੀ ਨਹੀਂ ਕਰੂਗਾ। ਮੈਂ ਸਰ ਚਾਹੁੰਦਾ ਵੀ ਇਹ ਬੰਦਾ ਪ੍ਰਾਈਮ ਮਿਨਿਸਟਰ ਬਣਨਾ ਚਾਹੀਦਾ। ਥੈਂਕ ਯੂ ਜੀ ਦਲਵੀਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤੇ ਫਿਲਹਾਲ ਢਿੱਲੋਂ ਸਾਹਿਬ ਇੱਕ ਵੇਲਾ ਜਿਹੜਾ ਬ੍ਰੇਕ ਦਾ ਹੋ ਚੱਲਿਆ, ਜਾਣਾ ਤੁਸੀਂ ਕਿਤੇ ਨਹੀਂ, ਬਸ ਛੋਟੇ ਜਿਹੇ ਵਕਫੇ ਤੋਂ ਬਾਅਦ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ। ਛੋਟੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਮੁੱਦੇ ਲੈ ਕੇ ਹਾਜ਼ਰ ਹੋਏ ਹਾਂ ਤੇ ਤੁਸੀਂ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਰਾਬਤਾ ਬਣਾਉਣਾ, ਹਰ ਮੁੱਦੇ ਤੇ ਆਪਣਾ ਪੱਖ ਰੱਖਣਾ। ਜਿਵੇਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਰੋਨਾ ਵਾਇਰਸ ਨੂੰ ਲੈ ਕੇ, ਫਿਰ ਗੱਲ ਹੋਈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕਿ ਲਗਾਤਾਰ ਜਿਹੜੀ ਸਰਕਾਰ ਹੈ ਉਹ 8ਵੇਂ ਦਿਨ ਵੀ ਪੈਟਰੋਲ ਦੀਆਂ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਦੀ ਹੋਈ ਨਜ਼ਰ ਆ ਰਹੀ ਹੈ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਗਿਰਾਵਟ ਆ ਰਹੀ ਹੈ। ਪਰ ਸਾਡੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀਆਂ ਜੇਬਾਂ ਤੇ ਫਿਰ ਤੋਂ ਹੀ ਉਹਨਾਂ ਖਰਚ, ਉਹਨਾਂ ਭਾਰ ਹੈ ਜਿਹੜਾ ਉਹ ਪਾ ਰਹੀ ਹੈ ਕਿ ਬਸ ਲੋਕਾਂ ਨੂੰ ਕਿਤੇ ਸਾਹ ਨਾ ਲੈਣ ਪੈ ਜਾਵੇ। ਤਾਂ ਕਰਕੇ ਸਿਆਸਤਾਂ ਨੇ ਜਿਹੜੀਆਂ ਲਗਾਤਾਰ ਜਾਰੀ ਨੇ, ਭਾਵੇਂ ਮੌਤਾਂ ਦੀ ਗੱਲ ਕਰ ਲਈਏ, ਭਾਵੇਂ ਲਾਸ਼ਾਂ ਦੀ ਗੱਲ ਕਰ ਲਈਏ, ਭਾਵੇਂ ਆਮ ਲੋਕਾਂ ਦੀ ਗੱਲ ਕਰ ਲਈਏ, ਕਿ ਸਰਕਾਰਾਂ ਵੱਲੋਂ ਇਕਜੁੱਟਤਾ ਦੇ ਨਾਲ ਕਰੋਨਾ ਵਾਇਰਸ ਨੂੰ ਮਾਤ ਨਹੀਂ ਪਾ ਜਾ ਰਹੀ, ਜਦਕਿ ਲੋਕਾਂ ਦੇ ਲਈ ਵੱਧੋ ਵੱਧ ਮਹਿੰਗਾਈ ਕੀਤੀ ਜਾ ਰਹੀ ਹੈ, ਲੋਕਾਂ ਤੋਂ ਫੰਡ ਰੇਜ਼ ਕੀਤੇ ਜਾ ਰਹੇ ਨੇ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨੇ। ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਵੋਟਾਂ ਪਾਵਾਂਗੇ ਤਾਂ ਸਾਡੇ ਜਿਹੜੇ ਇਹ ਚੁਣੇ ਹੋਏ ਲੀਡਰ ਨੇ ਇਹ ਸਾਡੀ ਔਖੇ ਵੇਲੇ ਮਦਦ ਕਰਨਗੇ, ਪਰ ਲੋਕਾਂ ਨੂੰ ਨਹੀਂ ਸੀ ਪਤਾ ਵੀ ਜਦੋਂ ਔਖਾ ਵੇਲਾ ਆਏਗਾ ਤਾਂ ਇਹ ਲੀਡਰ ਨੇ ਜਿਹੜੇ ਉਹ ਭੱਜ ਜਾਣਗੇ ਤੇ ਲੀਡਰ ਸਾਨੂੰ ਹੀ ਕਹਿਣਗੇ ਕਿ ਸਾਡੇ ਠੂਠੇ ਖਾਲੀ ਹੋ ਗਏ ਨੇ ਜੀ, ਇਹਨਾਂ ਦੇ ਵਿੱਚ ਤੁਸੀਂ ਪੈਸੇ ਭਰ ਦਿਓ। ਖੈਰ, ਇੱਕ ਕਾਲਰ ਨੇ ਸਾਡੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਨਾਲ ਜੁੜ ਗਏ ਨੇ, ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ, ਫਿਰ ਉਸ ਤੋਂ ਬਾਅਦ ਆਪਾਂ ਆਪਣੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਬੇਨਤੀ ਕਰ ਰਹੇ ਜੀ ਵਿਨੀਪੈਗ ਤੋਂ। ਆਓ ਜੀ ਸ਼ਰਮਾ ਜੀ। ਰਾਮ ਸ਼ਰਮਾ ਜੀ, ਸਵਾਗਤ ਹੈ ਜੀ ਤੁਹਾਡਾ, ਕੀ ਕਹਿਣਾ ਤੁਹਾਡਾ? ਢਿੱਲੋਂ ਸਾਹਿਬ, ਦਰਅਸਲ ਮੈਂ ਨਾ ਮੀਡੀਆ ਦੇ ਤੌਰ ਤੇ ਜਾਂ ਇੱਕ ਪੱਤਰਕਾਰ ਦੇ ਤੌਰ ਤੇ ਤੁਹਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਹਾਂ, ਮਿਹਰਬਾਨੀ, ਕਿਉਂਕਿ ਤੁਹਾਡੇ ਕੋਲੇ ਕੁਝ ਹੈਗਾ ਤਾਂ ਤੁਸੀਂ ਤਦੇ ਹੀ ਸਕਰੀਨ ਤੇ ਹੋ, ਨਹੀਂ ਵੈਸੇ। ਪਰ ਜਿਹੜੇ ਵਿਸ਼ੇ ਆ ਨਾ, ਤੁਸੀਂ ਇਹ ਦੇਖੋ ਵੀ ਤੁਸੀਂ ਹਫ਼ਤੇ ਦੇ ਵਿੱਚ 2 ਦਿਨ ਆਉਨੇ ਹੋ, ਔਰ ਇਹਨਾਂ 2 ਦਿਨਾਂ ਦੇ ਵਿੱਚ ਜਦੋਂ ਤੋਂ ਇਹ ਕਰੋਨਾ ਸ਼ੁਰੂ ਹੋਇਆ ਉਹਨਾਂ 'ਚ ਵੇਖੋ ਕਿ ਇਦੋਂ ਬਗੈਰ ਤੁਸੀਂ ਵਿਸ਼ੇ ਤੋਂ ਬਾਹਰ ਕਦੋਂ ਨਿਕਲੇ ਹੋ। ਔਰ ਇਸ ਪ੍ਰੋਗਰਾਮ ਨਾਲ ਜਿੰਨੇ 5-4 ਮਿੰਟ ਤੁਹਾਡੇ ਨਾਲ ਕੋਈ ਕਸਟਮਰ ਲੈਂਦਾ ਹੈ, ਉਹਨੂੰ ਨਾ ਇਨਸੂਲਿਨ ਮਿਲਦੀ ਹੈ, ਨਾ ਉਹਦਾ ਕੋਈ ਟ੍ਰੀਟਮੈਂਟ ਹੈਗਾ ਜੋ ਕੁਛ ਆਪਾਂ ਲੋਕਾਂ ਦੇ ਕੰਨੀ ਪਾਉਂਦੇ ਆ। ਇਹਦਾ ਇਲਾਜ ਆ ਜਿਹੜਾ ਇੱਕੋ ਹੀ ਇਲਾਜ ਡਿਸਟੈਂਸ ਹੈ। ਜਦੋਂ ਗੌਰਮੈਂਟ ਹੀ ਕਰੋਨਾ ਨੂੰ ਖਤਮ ਨਹੀਂ ਕਰਨਾ ਚਾਹੁੰਦੀ, ਤੁਸੀਂ ਇਹ ਦੇਖੋ ਜਿਹੜਾ ਹੋਣ ਵਾਲਾ ਕੈਪਟਨ ਦਾ 2 ਨੰਬਰ ਦਾ ਲਾਕਡਾਊਨ ਕਹਿ ਲਓ ਇਹਨੂੰ, ਜਦੋਂ ਸ਼ਰਾਬ ਦੇ ਠੇਕੇ ਰਾਤ ਦੇ 8 ਵਜੇ ਤੱਕ ਖੋਲ੍ਹਤੇ ਤੇ ਫਿਰ ਵੀਕਐਂਡ ਤੇ ਜਿਹੜਾ ਲਾਕਡਾਊਨ ਆ ਉਹਦਾ ਮਤਲਬ ਕੀ ਰਹਿ ਗਿਆ? ਕੀ ਕਰੂਗੀ ਪੁਲਿਸ ਜਾਂ ਕੀ ਕਰੂਗਾ ਮੁਲਾਜ਼ਮਾਂ ਨੂੰ? ਆ ਜਿਹੜਾ ਤੁਸੀਂ ਹੁਣੇ ਕਹਿ ਕੇ ਹਟੇ ਹੋ ਵੀ 3-3 ਲੋਕ ਆ ਜਿਹੜੇ ਮੋਟਰਸਾਈਕਲ ਤੇ ਬੈਠ ਕੇ ਜਾਂਦੇ ਆ,
ਜੇ ਇਹਨਾਂ ਤੋਂ ਫੜ ਕੇ ਮੋਟਰਸਾਈਕਲ ਪਾਊਂਡ ਕਰ ਲੈ ਜਾਣ ਤੇ 100 ਰੁਪਈਆ ਡੇਲੀ 100 ਰੁਪਈਆ ਡੇਲੀ ਦਾ ਇਹਨਾਂ ਤੋਂ ਪਾਊਂਡਿੰਗ ਮਨੀ ਆ ਜਿਹੜੀ ਉਹ ਲਈ ਜਾਵੇ ਤੇ 30 ਦਿਨਾਂ ਦੀ ਮਹੀਨੇ ਦੀ ਪਾਊਂਡਿੰਗ ਮਨੀ ਦੇ ਕੇ ਚਾਹੇ ਕੋਈ ਦੂਜੇ ਦਿਨ ਮੋਟਰਸਾਈਕਲ ਲੈ ਆਵੇ, ਪਰ ਉਹਦੇ ਤੇ 3 ਜਣੇ ਬੈਠਣ ਦੇ ਉੱਤੇ ਉਹ ਗੁਰੇਜ਼ ਕਰਨਗੇ ਵੀ ਫੇਰ ਪਾਊਂਡ ਕਰਕੇ 3000 ਮੈਨੂੰ ਫੇਰ ਦੇਣਾ ਪਊਗਾ। ਯਾਨੀ ਜਿਹੜਾ ਸਿਸਟਮ ਹੈ ਉਹਨੂੰ ਪ੍ਰੋਪਰ ਵੇ ਲਾਗੂ ਨਹੀਂ ਕੀਤਾ ਜਾਂਦਾ ਔਰ ਇਹਨੂੰ ਇੱਕ ਵਿਸ਼ਾ ਬਣਾ ਕੇ ਤੇ ਲੋਕਾਂ ਦੇ ਜਨਤਾ ਤੇ ਤੱਕ ਜਿਸ ਤਰ੍ਹਾਂ ਪਹੁੰਚਦੇ ਨੇ। ਤੁਸੀਂ ਸਾਡਾ ਮੈਨੀਟੋਬਾ ਸੂਬਾ ਦੇਖੋ, ਬੀ ਆਨੈਸਟ ਵਿਦ ਯੂ, ਇੱਥੇ ਇੱਕ ਵੀ ਪੋਜ਼ਿਟਿਵ ਕੇਸ ਹੈ ਨਹੀਂਗਾ। ਕਾਰਨ ਸਿਰਫ ਇੱਕੋ ਇਹ ਹੈ ਕਿ ਲੋਕ ਡਿਸਟੈਂਸ ਰੱਖਦੇ ਆ, ਸਭ ਕੁਝ ਖੁੱਲਾ ਹੈ, ਸ਼ਰਾਬ ਦੇ ਠੇਕੇ ਖੁੱਲੇ ਆ, ਰੈਸਟੋਰੈਂਟ ਖੁੱਲੇ ਆ, ਪਰ ਅੰਦਰ ਬਹਿ ਕੇ ਖਾਣ ਦਾ ਹੁਕਮ ਨਹੀਂ, ਘਰੇ ਲੈ ਕੇ ਆਓ। ਹਰੇਕ ਗਰੋਸਰੀ ਅਸੀਂ ਕੋਕ ਦੀ ਬੋਤਲ ਤੋਂ ਲੈ ਕੇ ਪਾਣੀ ਦੀ ਬੋਤਲ ਤੋਂ ਲੈ ਕੇ ਜਾਂ ਜੋ ਵੀ ਬੱਚਿਆਂ ਦੇ ਡੈਂਪਰ ਹੈ ਹੋਰ ਕੋਈ ਚੀਜ਼ ਆ ਅਸੀਂ ਉੱਥੇ ਉਹਨਾਂ ਤੇ ਜਾ ਕੇ ਲਾਉਣੇ, ਕਿਸੇ ਨੂੰ ਕੋਈ ਮਨਾ ਨਹੀਂ। ਇਹ ਠੀਕ ਹੈ ਸਟੋਰਾਂ ਨੇ ਆਪਦੀ ਟਾਈਮਿੰਗ ਹੈ ਜਿਹੜੀ ਉਹ ਘੱਟ ਕਰਤੀ। ਹਰ ਇੱਕ ਬੰਦੇ ਦਾ ਜਿਹਨੂੰ ਨਹੀਂ ਸਮਝ ਸਟੋਰਾਂ ਵਾਲਿਆਂ ਨੇ ਸਿਕਿਉਰਿਟੀ ਗਾਰਡ ਰੱਖਿਆ, ਉਹ ਜਦੋਂ 3 ਬੰਦੇ ਅੰਦਰੋਂ ਬਾਹਰ ਆ ਜਾਂਦੇ ਆ ਤੇ ਉਹ ਬਾਹਰੋਂ 3 ਨੂੰ ਕਹਿੰਦੇ ਵੀ ਜਾਓ ਅੰਦਰ। ਇਸ ਕਰਕੇ ਕਹਿਣ ਦਾ ਮਤਲਬ ਹੈ ਜਿਹੜੀ ਪੰਜਾਬ ਗੌਰਮੈਂਟ ਹੈ ਨਾ ਉਹ ਇਹਨੂੰ ਇੱਕ ਤਮਾਸ਼ੇ ਦੇ ਤੌਰ ਤੇ, ਕਿਉਂਕਿ ਗੌਰਮੈਂਟ ਦੇ ਜਿਹੜੇ ਦੂਜੇ ਰੁਝੇਵੇਂ ਆ ਜਾਂ ਦੂਜੀਆਂ ਗੌਰਮੈਂਟ ਦੀਆਂ ਖਾਮੀਆਂ ਇਹ ਉਹਨਾਂ ਨੂੰ ਲੁਕੋ ਕੇ ਇਹ ਜੋ ਕੁਛ ਕਰੀ ਜਾਂਦੀ ਹੈ ਤੇ ਇਹ ਕੋਈ ਇਲਾਜ ਨਹੀਂਗਾ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਜਿਵੇਂ ਜਿਵੇਂ ਹੁਣ ਗਰਮੀ ਵਧਣੀ ਆ, ਸੁੱਖ ਮੰਗਦੇ ਆ, ਸਾਡੇ ਵੀ ਇੱਥੇ ਮਾਮੇ ਤਾਏ ਚਾਚੇ ਭਰਾ ਹੈਗੇ ਆ, ਸੁੱਖ ਮੰਗਦੇ ਆ ਉਹਨਾਂ ਦੀ ਮਗਰ ਲਿਆਂਦੀ, ਪਰ ਜਿਹੜਾ ਇਹ ਟ੍ਰੀਟਮੈਂਟ ਹੈ ਜਾਂ ਗੌਰਮੈਂਟ ਨੇ ਜਿਹੜੇ ਪਾਲਿਸੀ ਇਹਦੇ ਵਾਸਤੇ ਕੀਤੀ ਵੀ ਹੈ ਨਾ ਉਹਦੇ ਵਿੱਚ ਕੁਛ ਲਾਉਣ ਦੇਣ ਨੂੰ ਹੈ ਨਹੀਂ। ਥੈਂਕ ਯੂ ਵੈਰੀ ਮਚ ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਵੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਕਾਲ ਜਿਹੜੀ ਹੈ ਡ੍ਰੌਪ ਹੋ ਗਈ ਹੈ। ਤਾਂ ਢਿੱਲੋਂ ਸਾਹਿਬ, ਸ਼ਰਮਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠਿਆਂ ਨੂੰ ਵੀ ਆਪਣੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਰਹਿੰਦੇ ਭੈਣ ਭਰਾਵਾਂ ਦਾ ਬੜਾ ਹੀ ਜ਼ਿਆਦਾ ਫਿਕਰ ਹੈ ਕਿ ਉਹ ਤੰਦਰੁਸਤ ਰਹਿਣ, ਕਿਉਂਕਿ ਸਭ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਹਾਲੇ ਟੈਸਟ ਹੀ ਨਹੀਂ ਹੋਏ ਤਾਂ ਕਰੋਨਾ ਵਾਲੇ ਬੰਦੇ ਪਤਾ ਨਹੀਂ ਕਿੰਨੇ ਕੁ ਆਉਣਗੇ। ਕਾਲਰ ਹੋਰ ਆ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੇਰਾ ਨਾਮ ਹੈ ਸਰਜੀਤ ਸਿੰਘ ਆ ਜੀ। ਮੈਂ ਇਹ ਗੱਲ ਕਰਨੀ ਸੀ ਵੀ ਢਿੱਲੋਂ ਸਾਹਿਬ ਨੇ ਆਖਿਆ ਕਿ ਜਾਤੀਵਾਦ ਦੇ ਸਿਰ ਤੇ ਗੁਰਦੁਆਰੇ ਵੱਖਰੇ ਵੱਖਰੇ ਬਣ ਗਏ ਆ। ਮੈਂ ਢਿੱਲੋਂ ਸਾਹਿਬ ਨੂੰ ਅਰਜ਼ ਕਰਨਾ ਵੀ ਇੰਡੀਆ ਅਨਟਚਡ ਡਾਕੂਮੈਂਟਰੀ YouTube ਤੇ ਹੈਗੀ ਆ, ਉਹ ਮਿਹਰਬਾਨੀ ਕਰਕੇ ਜ਼ਰੂਰ ਵੇਖੋ। ਉਹਦੇ ਚ ਮਜਬੀ ਸਿੱਖ ਕਿਵੇਂ ਚੀਕਾਂ ਮਾਰਦੇ ਆ ਤੇ ਗੁਰਦੁਆਰੇ ਸਫਾਈ ਦੇ ਮਜਬੀ ਕਰੇ, ਪ੍ਰਸ਼ਾਦ ਉਹ ਬਣਾਵੇ, ਲੰਗਰ ਉਹ ਬਣਾਵੇ, ਬੋਲ ਕੇ ਉੱਤੇ ਸਵਰਨ ਜਾਤੀ ਦਾ ਬੰਦਾ ਚੌਂਕੜਾ ਮਾਰ ਕੇ ਬਹਿ ਜਾਂਦਾ ਤਾਂ ਗੁਰਦੁਆਰੇ ਵੱਖਰੇ ਬਣਦੇ ਆ। ਇਹ ਕਹਿਣਾ ਵੀ ਆਹ ਚੀਜ਼ ਹੈ ਉਹਨਾਂ ਕਾਰਨ ਨਹੀਂ ਦੱਸਣਾ ਚਾਹੀਦਾ ਵੀ ਕਿਉਂ ਹਰ ਚੀਜ਼ ਜੋ ਵੀ ਦੁਨੀਆ 'ਚ ਹੁੰਦੀ ਤਾਂ ਕਾਰਨ ਹੁੰਦਾ, ਰੀਜ਼ਨ ਹੁੰਦਾ ਕਿਉਂ ਬਣਦੇ ਆ। ਉਹਨਾਂ ਦਾ ਦਿਲ ਦੁਖਦਾ ਜਿਹੜੇ ਹਰੀਜਨ ਸਿੱਖਾਂ ਦੇ ਵਿੱਚ ਲੋਕ ਨੇ ਕਿ ਮੈਂ ਸਾਡਾ ਇੱਕ ਬੰਦਾ ਵੀ ਨਹੀਂ। ਇੱਕ ਦੇ ਰੱਖੋ ਤਰਨ ਸਾਹਿਬ ਦੇ ਗੁਰਦੁਆਰੇ 11 ਐਗਜ਼ਾਮਪਲ ਆ, ਉੱਥੇ ਇੰਨਾ ਦੰਗਾ ਹੋਇਆ, ਹਰੀਜਨਾਂ ਨੇ ਕਿਹਾ ਸਾਡੇ ਮੈਂਬਰ ਸਵਰਨ ਜਾਤੀ ਨੇ ਕਿਹਾ ਇਹ ਨਹੀਂ ਰੱਖਣੇ। ਮੁੜ ਕੇ DC ਨੇ ਇੰਟਰਵੀਨ ਕੀਤਾ, ਮਾਇਆਵਤੀ ਨੇ ਇੰਟਰਵੀਨ ਕੀਤਾ ਵੀ ਇਹਨਾਂ ਦੇ 3 ਮੈਂਬਰ ਰੱਖੋ 10 ਦੇ ਵਿੱਚੋਂ, ਕਿਉਂਕਿ 2.5-3 ਕਰੋੜ ਦਾ ਸਾਲ ਦਾ ਚੜਾਵਾ ਚੜਦਾ। ਚੱਕਰ ਤੇ ਆ ਜਦੋਂ ਕਿ ਕੋਈ ਬੰਦਾ ਜਿਹੜਾ ਨੂੰ ਦੁੱਖ ਹੁੰਦਾ। ਦੂਜੀ ਗੱਲ ਮੈਂ ਇਹ ਕਰਦੀ ਆ, ਇਹਦੇ ਵਿੱਚ ਤੁਸੀਂ ਜਿਹੜੀਆਂ ਗੱਲਾਂ ਕਰਦੇ ਸਾਰੀਆਂ ਸੱਚੀਆਂ, ਬਿਲਕੁਲ ਝੂਠੇ ਚ ਕੁਛ ਨਹੀਂ ਗਾ, ਪਰ ਸਾਰੀਆਂ ਗੱਲਾਂ ਦਾ ਧੁਰਾ ਇਹਦਾ ਮੁੱਦਾ ਜਿਹੜਾ ਉਹ ਹੈਗਾ ਵੱਧਦੀ ਆਬਾਦੀ ਨੂੰ ਡਿਸਕਸ ਕਰੋ। ਜਦੋਂ ਆਬਾਦੀ ਘਟੂਗੀ ਪਰਿਵਾਰ ਨੂੰ ਵੀ ਫਾਇਦਾ, ਸੂਬੇ ਨੂੰ ਵੀ ਫਾਇਦਾ, ਦੇਸ਼ ਨੂੰ ਵੀ ਫਾਇਦਾ। ਫਿਰ ਲੋਕੀ ਦੇਸ਼ ਦੇ ਵੋਟਾਂ ਪਾਉਣਗੇ ਤਾਂ ਖੁਸ਼ਹਾਲੀ ਆ ਜੂ। ਜਿਹੜੀ ਭੁੱਖ ਹੈ ਢਿੱਡ ਦੀ, ਇਹਦੇ ਕਰਕੇ ਸ਼ਰਾਬ ਦੀ ਬੋਤਲ ਲੈ ਕੇ ਲੋਕੀ ਵੋਟਾਂ ਪਾਉਂਦੇ ਤੇ ਖੁਸ਼ਹਾਲੀ ਆ ਗਈ। ਸ਼ਰਾਬ ਦੀ ਬੋਤਲ ਥੁੱਕੂਗਾ ਵੀ ਕੋਈ ਮੇਰੇ ਹਿਸਾਬ ਨਾਲ। ਸਤਿ ਸ਼੍ਰੀ ਅਕਾਲ ਜੀ। ਸਰਜੀਤ ਸਿੰਘ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਗੱਲਾਂ ਮੈਂ ਬਹੁਤ ਵਾਰੀ ਕਹਿ ਚੁੱਕਿਆ ਹੈਗਾ। ਅਸੀਂ ਆਪਣੇ ਤੋਂ ਲਾਗੂ ਕਰੀਏ। ਸਾਡੇ ਨਾਲ ਤਾਂ ਹਰੀਜਨ ਭਰਾਵਾਂ ਦੇ ਮੁੰਡੇ ਪੜ੍ਹਦੇ ਹੁੰਦੇ ਸੀ, ਸਾਡੇ ਰੂਮਮੇਟ ਵੀ ਸੀ, ਅਸੀਂ ਇਕੱਠੇ ਰਹੇ ਹਾਂ। ਉਹਨਾਂ ਦੇ ਘਰਾਂ 'ਚ ਜਾਣਾ, ਆਪਦੇ ਘਰਾਂ 'ਚ ਆਉਣਾ ਬਹੁਤ ਵਾਰੀ ਸੀ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਨਕਾਰਿਆ। ਉਹਨਾਂ ਨੇ ਕਿਹਾ ਸੀ ਕਿ ਇਨਸਾਨ ਹੈ, ਇਨਸਾਨ ਇੱਕ ਹੈ। ਜੇ ਤੁਸੀਂ ਅੱਜ 4 ਵੱਖਰੀਆਂ ਜਾਤਾਂ ਵਾਲਿਆਂ ਦੇ ਖੂਨ ਲੈ ਕੇ ਜਾਂ ਉਹਨਾਂ ਦੇ ਬੱਚਿਆਂ ਨੂੰ ਅਲੱਗ-ਅਲੱਗ ਤੌਰ ਤੇ ਰੱਖ ਦਿੱਤਾ ਜਾਵੇ, 10-20 ਸਾਲ ਬਾਅਦ ਦੇਖੀਏ ਕੋਈ ਇੱਕ ਦੂਜੇ ਨੂੰ ਨਹੀਂ ਪਛਾਣੇਗਾ ਕਿ ਉਹਦਾ ਕੌਣ ਹੈ। ਖੂਨ ਦਾ ਰੰਗ ਇੱਕ ਹੈ। ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਅਸੀਂ ਉਹਨਾਂ ਨੂੰ ਨਾ ਮੰਨ ਕੇ ਅੱਜ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਗੋਲਕਾਂ ਦੇ ਰੌਲੇ ਨੇ, ਇਹ ਬਹੁਤ ਵੱਡੀ ਤੁਸੀਂ ਗੱਲ ਕਹਿ ਗਏ ਹੋ। ਗੋਲਕਾਂ ਦੇ ਰੌਲਿਆਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਉਪਜਦਾ ਹੈ। ਅਸੀਂ ਅਜੇ ਵੀ ਜਿਹੜੀ ਗੱਲ ਅੱਜ ਤੋਂ 550 ਸਾਲ ਪਹਿਲਾਂ ਗੁਰੂ ਸਾਹਿਬ ਨੇ ਕਹੀ ਸੀ ਉਸ ਦੇ ਵਿੱਚੋਂ ਸੁਧਰਨ ਦੀ ਥਾਂ ਤੇ ਨਿਕਲਣ ਦੀ ਥਾਂ ਤੇ ਬਾਰ-ਬਾਰ ਉਸੇ ਪਾਸੇ ਵੱਲ ਨੂੰ ਮੁੜ ਕੇ ਜਾ ਰਹੇ ਹਾਂ। ਇਹ ਜਿਹੜੀਆਂ
ਸਾਡੇ ਸਿਆਸੀ ਲੋਕ ਨੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ, ਫਿਰਕਿਆਂ ਦੇ ਨਾਂ ਤੇ, ਭਾਸ਼ਾਵਾਂ ਦੇ ਨਾਂ ਤੇ ਲੜਾਉਂਦੇ ਨੇ, ਤਾਂ ਹੀ ਉਹਨਾਂ ਦੀ ਸਿਆਸਤ ਚੱਲਦੀ ਹੈ। ਜੇ ਲੋਕ ਇਹਨਾਂ ਦੇ ਵਿੱਚੋਂ ਉੱਪਰ ਉੱਠ ਕੇ ਆ ਗਏ ਤਾਂ ਇਹ ਸਾਰਾ ਕੁਝ ਖਤਮ ਹੋਊਗਾ। ਆਬਾਦੀ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਅੱਜ ਵੀ ਕੀਤੀ, ਪਹਿਲਾਂ ਵੀ ਕੀਤੀ ਹੈ, ਕਿ ਜੇ ਆਬਾਦੀ ਤੇ ਸਾਡੇ ਮੁਲਕ ਨੇ ਕੰਟਰੋਲ ਕੀਤਾ ਹੁੰਦਾ, ਜਿਨ੍ਹਾਂ ਦੇ 14 ਜਵਾਕ ਨੇ ਉਹ ਪਾਰਲੀਮੈਂਟਾਂ ਦੇ ਵਿੱਚ ਬੈਠੇ ਆ, ਜੇ ਅਸੀਂ ਇਹਨਾਂ ਤੇ ਪਾਬੰਦੀ ਲਾਈ ਹੁੰਦੀ, ਕੋਈ ਨਿਯਮ ਬਣਾਇਆ ਹੁੰਦਾ ਕਿ ਜਿਹਦੇ 2 ਤੋਂ ਵੱਧ ਬੱਚੇ ਨੇ ਉਹਨੂੰ ਸਰਕਾਰੀ ਕੋਈ ਸਹੂਲਤ ਨਹੀਂ ਮਿਲੇਗੀ, ਸਰਕਾਰੀ ਨੌਕਰੀ ਨਹੀਂ ਮਿਲੇਗੀ, ਕਿਸੇ ਰਾਜਸੀ ਪਾਰਟੀ ਦਾ ਆਗੂ ਨਹੀਂ ਬਣ ਸਕਦਾ, ਇਹ ਸਾਰਾ ਕੁਝ ਕੰਟਰੋਲ ਹੋ ਜਾਂਦਾ। ਪਰ ਸਾਡੇ ਕੋਲੇ ਟਾਈਮ ਕਿੱਥੇ ਆ? ਸਾਡੀਆਂ ਤਾਂ ਵੋਟਾਂ ਮਿਲਣੀਆਂ ਚਾਹੀਦੀਆਂ, ਵੋਟਾਂ ਵਧਣੀਆਂ ਚਾਹੀਦੀਆਂ, ਭਾਵੇਂ ਮਨੁੱਖਤਾ ਦਾ ਘਾਣ ਕਿਸੇ ਪੱਧਰ ਤੱਕ ਵੀ ਹੋ ਜਾਵੇ, ਅਸੀਂ ਉਸ ਤੋਂ ਗੁਰੇਜ਼ ਨਹੀਂ ਕਰਦੇ। ਅਸੀਂ ਮਦਈਆਂ ਕਿ ਮਨੁੱਖਤਾ ਉੱਤਮ ਹੈ, ਮਨੁੱਖਤਾ ਦਾ ਜਿਹੜਾ ਕੰਮ ਹੈ ਉਹਨੂੰ ਅੱਗੇ ਲੈ ਕੇ ਆਈਏ, ਮਨੁੱਖ ਦਾ ਬੈਰੀ ਨਾ ਬਣੇ, ਮਨੁੱਖ ਦਾ ਮਦਈ, ਦੋਸਤ, ਹਮਦਰਦ ਤੇ ਸਹਾਇਤਾਕਾਰ ਹੋ ਕੇ ਉਸ ਪਾਸੇ ਵੱਲ ਨੂੰ ਜਾਵੇ ਤਾਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਸ ਤੋਂ ਛੁਟਕਾਰਾ ਪਾ ਲੈਂਦੇ ਆ। ਮੈਂ ਤੁਹਾਨੂੰ ਆਪਣੀ ਗੱਲ ਅਸੀਂ ਦੱਸ ਦਿਆਂ, ਮੇਰਾ ਕਜ਼ਨ ਨੇ ਰਲ ਕੇ ਅਸੀਂ ਗਰੀਬ ਘਰਾਂ ਦੀਆਂ ਲਗਭਗ 4-5 ਲੜਕੀਆਂ ਦੀਆਂ ਫੀਸਾਂ ਹਰ ਸਾਲ ਅਦਾ ਕਰਦੇ ਆ ਤਾਂ ਕਿ ਉਹ ਪੜ੍ਹ ਲਿਖ ਜਾਣ। ਮਤਲਬ ਕਹਿਣ ਦਾ ਇਹ ਹੈ ਕਿ ਜਿਵੇਂ ਇਹ ਸਮਾਂ ਵਧਿਆ, ਇਹ ਜਾਤੀਵਾਦ ਵਾਲਾ ਜਿਹੜਾ ਮਾਮਲਾ ਹੋਰ ਮਜ਼ਬੂਤ ਹੁੰਦਾ ਗਿਆ, ਬਜਾਏ ਇਹਦੇ ਵਿੱਚੋਂ ਨਿਕਲਣ ਦੇ। ਜਦੋਂ ਲੋਕ ਇਨਸਾਨੀਅਤ ਦੀ ਕਦਰ ਕਰਨਗੇ, ਮਨੁੱਖਤਾ ਦੀ ਕਦਰ ਕਰਨਗੇ, ਉਸ ਵੇਲੇ ਇਹ ਫਿਰਕਿਆਂ ਵਾਲੇ ਜਿਹੜੇ ਰੌਲੇ ਨੇ ਸਾਰੇ ਖਤਮ ਹੋ ਜਾਣਗੇ। ਹੁਣ ਤਾਂ ਸਾਡੇ ਛੱਡੋ, ਤੁਸੀਂ ਅਮਰੀਕਾ ਦੇ ਵਿੱਚ ਵੀ ਗੋਰੇ ਕਾਲੇ ਦਾ ਜਿਹੜਾ ਲੜਾਈ ਹੈ ਆਪਸ ਵਿੱਚ ਦੀ, ਉੱਥੋਂ ਦੇ ਹੁਕਮਰਾਨਾਂ ਨੇ ਕਰਾਤੀ। ਬਹੁਤ ਸਾਰੇ ਤਾਂ ਸਾਡੇ ਪ੍ਰਧਾਨ ਮੰਤਰੀ ਤੇ ਕਰਦੇ ਵੀ ਜਦੋਂ ਤੋਂ ਟਰੰਪ ਸਾਹਿਬ ਦੇ ਦੋਸਤ ਬਣੇ ਨੇ, ਸ਼ਾਇਦ ਇਹ ਫਿਰਕਿਆਂ 'ਚ ਲੜਾਈ ਕਰਾਉਣ ਵਾਲਾ ਕਿਤੇ ਇਹ ਤਾਂ ਨਹੀਂ ਫਾਰਮੂਲਾ ਦੱਸਿਆ ਜੀ। ਗੱਲ ਤੁਹਾਡੀ ਬਿਲਕੁਲ ਸਹੀ ਹੈ ਢਿੱਲੋਂ ਸਾਹਿਬ ਕਿ ਕਿਤੇ ਮੋਦੀ ਦੇ ਨਾਲ ਮਿਲ ਕੇ ਟਰੰਪ ਗਿਆ ਸੀ ਤੇ ਉਸ ਤੋਂ ਬਾਅਦ ਲੜਾਈਆਂ ਸ਼ੁਰੂ ਹੋ ਗਈਆਂ ਨੇ। ਦੋਸਤ ਦੀ ਗੱਲ ਹੈ, ਕੋਈ ਵੀ ਗੱਲ ਹੋ ਸਕਦੀ ਹੈ। ਖੈਰ, ਸਾਡੇ ਕਾਲਰ ਸਾਡੇ ਨਾਲ ਜੁੜੇ ਨੇ ਜੀ, 2-3 ਕਾਲਸ ਨੇ, ਉਹ ਲੈ ਲਈਏ ਆਪਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਮੈਂ ਤੇਜਾ ਸਿੰਘ ਬੋਲਦਾ ਜੀ। ਤੇਜਾ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਤੁਹਾਡਾ? ਹਾਂ, ਮੈਂ ਇਹ ਕਹਿਣਾ ਵੀ ਇਸ ਸਾਲ ਨਾ ਮੀਂਹ ਚੰਗੇ ਪੈਣ ਦੀ ਸੰਭਾਵਨਾ ਹੈਗੀ ਆ, ਤੇ ਅਗਰ ਮੀਂਹ ਦਾ ਪਾਣੀ ਸਾਂਭਣ ਲਈ ਨਾ ਪਿੰਡਾਂ ਵਾਲੇ ਇਕੱਠੇ ਹੋ ਕੇ ਛੱਪੜਾਂ ਦੀ ਕਾਰ ਸੇਵਾ ਕਰਨ, ਛੱਪੜਾਂ ਨੂੰ ਡੂੰਘੇ ਕਰ ਲੈਣ, ਤੇ ਇਹ ਜਿਹੜਾ ਮੀਂਹ ਦਾ ਪਾਣੀ ਸਾਂਭਿਆ ਜਾ ਸਕਦਾ। ਨਹੀਂ ਤਾਂ ਇਹ ਹੋਊਗਾ ਵੀ ਜਿਹੜੀਆਂ ਮਾੜੀਆਂ ਮੋਟੀਆਂ ਸੜਕਾਂ ਨਾ ਪਾਣੀ ਉਹ ਵੀ ਤੋੜ ਦੂਗਾ ਤੇ ਸਾਰਾ ਪਾਣੀ ਵੇਸਟ ਚਲੇ ਜਾਣਾ। ਤੇ ਇਸ ਕਰਕੇ ਇਹ ਬੇਨਤੀਆਂ ਕਰੋ, ਸਾਰੇ ਅਖਬਾਰ ਇਹ ਗੱਲਾਂ ਕਹਿਣ ਤੇ ਸਾਰੇ ਚੈਨਲ ਇਹ ਗੱਲਾਂ ਕਹਿਣ ਵੀ ਪਿੰਡਾਂ ਨੇ ਇਕੱਠੇ ਹੋ ਕੇ ਛੱਪੜਾਂ ਦੀ ਕਾਰ ਸੇਵਾ ਕਰਕੇ ਛੱਪੜ ਡੂੰਘੇ ਕਰ ਲੈਣ ਪੂਰੇ, ਤੇ ਤਾਂ ਕਿ ਜਿਹੜਾ ਮੀਂਹ ਦਾ ਪਾਣੀ ਸਾਂਭਿਆ ਜਾ ਸਕੇ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇਜਾ ਸਿੰਘ ਜੀ, ਬਹੁਤ ਵਧੀਆ ਮੁੱਦੇ ਤੋਂ ਥੋੜੀ ਹਟ ਕੇ ਗੱਲ ਕੀਤੀ ਹੈ ਤਾਂ ਬਹੁਤ ਹੀ ਸਰਾਹਨਯੋਗ ਜਿਹੜੀ ਗੱਲ ਹੈ ਕੀਤੀ ਹੈ। ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਨੇ ਜਿਹੜੀ ਵੀ ਗੱਲ ਕੀਤੀ ਉਸ ਤੇ ਗੌਰ ਫਰਮਾਇਆ ਜਾਵੇ। ਅਗਲੇ ਕਾਲਰ ਵੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਕਾਲਜ ਜਿਹੜੀ ਡ੍ਰੌਪ ਹੋ ਗਈ ਹੈ ਤਾਂ ਢਿੱਲੋਂ ਸਾਹਿਬ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਗਰਮੀ ਉਸ ਹਿਸਾਬ ਦੀ ਪੈ ਨਹੀਂ ਰਹੀ। ਜਿਹੜੀ ਗੱਲ ਇਹਨਾਂ ਨੇ ਕੀਤੀ ਹੈ, ਇਹਨਾਂ ਦੀ ਗੱਲ ਦੇ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਹਾਂ ਔਰ ਸਭ ਤੋਂ ਵੱਧ ਮੈਂ ਲਿਖਦਾ ਇਸ ਦੇ ਉੱਤੇ। ਅਸੀਂ ਸਾਂਝਾ ਜਿਹੜਾ ਕੰਮ ਸੀ ਉਹ ਤਿਆਗਤਾ। ਪਿੰਡਾਂ ਦੇ ਵਿੱਚ ਜਦੋਂ ਸੜਕਾਂ ਬਣਦੀਆਂ ਸੀ ਤਾਂ ਘਰ ਘਰ ਦਾ ਬੰਦਾ ਜਾ ਕੇ ਮਿੱਟੀ ਪਾਇਆ ਕਰਦਾ ਸੀ, ਸੂਏ ਕੱਸੀਆਂ ਪੱਟਣੀਆਂ ਹੁੰਦੀਆਂ ਸੀ, ਪਿੰਡ ਪਿੰਡ ਦਾ ਜਿਹੜਾ ਵਿਅਕਤੀ ਜਾ ਕੇ ਉਹ ਆਪ ਦੇ ਹੱਥੀਂ ਪੱਟਿਆ ਕਰਦਾ ਸੀ। ਅਸੀਂ ਇਹ ਸਾਰਾ ਕੁਝ ਠੇਕੇਦਾਰੀ ਪ੍ਰਣਾਲੀ ਤੇ ਲੈ ਆਂਦਾ। ਮਿੱਟੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਪੈਸਾ ਹੈ। ਸਾਡਾ ਜਿਹੜਾ ਵਿੱਤੀ ਸਾਲ ਹੈ ਇਹਨੂੰ 1 ਜਨਵਰੀ ਤੋਂ 31 ਦਸੰਬਰ ਕਿਉਂ ਨਹੀਂ ਕੀਤਾ ਜਾਂਦਾ? ਸਾਡਾ ਵਿੱਤੀ ਸਾਲ 1 ਅਪ੍ਰੈਲ ਤੋਂ 31 ਮਾਰਚ ਹੈ। ਨਵਾਂ ਬਜਟ ਅਪ੍ਰੈਲ 'ਚ ਸ਼ੁਰੂ ਹੁੰਦਾ। ਅਪ੍ਰੈਲ ਦੇ ਵਿੱਚ ਫਾਈਲਾਂ ਦੇ ਵਿੱਚੋਂ ਘੱਟਾ ਘੁੱਟਾ ਛਾਣਿਆ ਜਾਂਦਾ ਹੈ, ਉਹ ਮਈ ਤੱਕ ਪਹੁੰਚ ਜਾਂਦਾ ਹੈ। ਮਈ ਦੇ ਵਿੱਚ ਫੰਡ ਜਾਰੀ ਹੁੰਦੇ ਨੇ, ਜੂਨ ਦੇ ਵਿੱਚ ਇਹ ਕਰਨ ਲੱਗਦੇ ਨੇ, ਜੂਨ ਦੇ ਅੱਧ ਦੇ ਵਿੱਚ ਮੀਂਹ ਆ ਜਾਂਦਾ ਹੈ, ਉਹ ਕੀਤਾ ਕਤਾਇਆ ਸਾਰਾ ਪਾਣੀ 'ਚ ਫਿਰ ਜਾਂਦਾ ਹੈ। ਜੇ ਅਸੀਂ ਬਰਸਾਤਾਂ ਤੋਂ ਬਾਅਦ ਇਹ ਕੰਮ ਸ਼ੁਰੂ ਕਰੀਏ। ਜਨਮੇਜਾ ਸਿੰਘ ਸੇਖੋਂ ਇੱਕ ਵਾਰੀ ਸਿੰਜਾਈ ਮੰਤਰੀ ਹੁੰਦੇ ਸੀ, ਉਹ ਕਹਿੰਦੇ ਸੀ ਕਿ ਅਸੀਂ ਨਦੀਆਂ ਨਾਲਿਆਂ ਦਾ ਕੰਮ ਹੈ ਜਿਹੜਾ ਸਤੰਬਰ ਤੋਂ ਬਾਅਦ ਅਕਤੂਬਰ 'ਚ ਸ਼ੁਰੂ ਕਰਾਇਆ ਕਰਾਂਗੇ। ਥੋੜਾ ਬਹੁਤਾ ਸਮਾਂ ਹੋਇਆ ਵੀ, ਲੇਕਿਨ ਨਹੀਂ। ਜਿਹੜੀ ਗੱਲ ਇਹਨਾਂ ਨੇ ਕੀਤੀ ਹੈ, ਮੈਂ ਬਹੁਤ ਚਿਰ ਤੋਂ ਇਸ ਨੂੰ ਸਾਰੇ ਮਾਧਿਅਮਾਂ ਦੇ ਉੱਤੇ ਲਿਖ ਕੇ ਵੀ ਕੂਕ ਰਿਹਾ ਕਿ ਜਿਹੜੇ ਘਰ ਨੇ ਸਾਡੇ ਉਹਨਾਂ ਦੇ ਨਾਲ ਰੀਚਾਰਜ ਵੈਲ ਬਣਾਇਆ ਜਾਵੇ। 200 ਗਜ ਤੋਂ ਜਿਹਦਾ ਵੱਡਾ ਪਲਾਟ ਹੈ
ਉਹ ਰੀਚਾਰਜ ਘੱਟੋ ਘੱਟ ਜਦੋਂ ਮੀਂਹ ਪੈਂਦਾ ਹੈ ਉਹਨਾਂ ਦੇ ਵਿਹੜੇ ਦਾ ਤੇ ਉਹਨਾਂ ਦੀ ਛੱਤ ਦਾ ਪਾਣੀ ਥੱਲੇ ਚਲਿਆ ਜਾਵੇ। ਇਹ ਬਹੁਤ ਵੱਡਾ ਕੌਮੀ ਪੱਧਰ ਦੇ ਉੱਤੇ ਹੋਵੇਗਾ। ਐਵੇਂ ਜਿਵੇਂ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਟੋਭੇ ਹੋਣੇ ਚਾਹੀਦੇ ਆ, ਕਿੰਨੇ ਟੋਭੇ ਸੀ, ਕਿੰਨੇ ਟੋਭੇ ਰਹਿ ਗਏ, ਲੋਕਾਂ ਨੇ ਭਰ ਲਏ, ਦੁਬਾਰਾ ਨਿਸ਼ਾਨਦਹੀਆਂ ਕਰਾ ਕੇ ਉਹ ਟੋਭੇ ਜਿਹੜੇ ਲੋਕਾਂ ਨੇ ਭਰ ਲਏ ਦੁਬਾਰਾ ਟੋਭੇ ਬਣਾ ਦਿਓ, ਔਰ ਜਿਹੜਾ ਬਰਸਾਤ ਦਾ ਪਾਣੀ ਹੈ ਇਹਨੂੰ ਰੀਚਾਰਜ ਕਰ ਲਓ। ਨਹੀਂ, ਮੈਂ ਤੁਹਾਨੂੰ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਜਦੋਂ ਤੱਕ ਤੁਸੀਂ ਲਗਾਤਾਰ ਹਰ ਸਾਲ ਸਾਡੇ 148 ਚੋਂ ਲਗਭਗ 132 ਬਲਾਕ ਡਾਰਕ ਜ਼ੋਨ 'ਚ ਚਲੇ ਗਏ ਨੇ, ਭਾਵ ਉਹਨਾਂ ਨੂੰ ਕਾਲੇ ਜ਼ੋਨ, ਕਾਲੇ ਖੇਤਰ ਐਲਾਨ ਦਿੱਤਾ। ਉੱਥੇ ਜਿਹੜਾ ਪਾਣੀ ਹੈ 800 ਫੁੱਟ ਡੂੰਘਾ ਹੋ ਗਿਆ ਹੈਗਾ। ਅਸੀਂ ਉਸੇ ਟਾਹਣੀ ਨੂੰ ਵੱਢ ਰਹੇ ਹਾਂ ਜਿਹੜੀ ਟਾਹਣੀ ਤੇ ਬੈਠੇ ਹਾਂ। ਤੁਸੀਂ ਭਾਵੇਂ ਹਟ ਕੇ ਗੱਲ ਕੀਤੀ, ਪਿੰਡਾਂ ਦਾ ਵਿਕਾਸ ਉਸ ਵੇਲੇ ਹੋਵੇਗਾ ਜਦੋਂ ਪਿੰਡ ਨੂੰ ਇਕਾਈ ਮੰਨਿਆ ਜਾਵੇ, ਉੱਥੋਂ ਦੀ ਆਬਾਦੀ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਪੈਸਾ ਮਿਲੇ। ਪਿੰਡਾਂ ਦੇ ਵਿੱਚ ਜੇ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਜਾਣਗੀਆਂ ਤਾਂ ਸ਼ਹਿਰੀ ਖੇਤਰਾਂ ਤੇ ਆਬਾਦੀ ਦਾ ਭਾਰ ਨਹੀਂ ਪਵੇਗਾ, ਪਿੰਡਾਂ ਦੇ ਵਿੱਚ ਵੀ ਉਹ ਭਾਰ ਰਹੇਗਾ। ਲੇਕਿਨ 70 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਆਜ਼ਾਦ ਹੋਇਆਂ ਨੂੰ 73 ਸਾਲ ਹੋ ਗਏ, ਅਸੀਂ ਖੜੇ ਕਿੱਥੇ ਆ? ਗਲੀਆਂ ਨਾਲੀਆਂ ਤੇ। ਹਰ ਸਰਕਾਰ ਆਉਂਦੀ ਹੈ, ਦੇ ਦਿਓ ਜੀ ਗਲੀਆਂ ਨਾਲੀਆਂ ਵਾਸਤੇ ਗ੍ਰਾਂਟ। ਗਲੀਆਂ ਨਾਲੀਆਂ ਤੋਂ ਗਾਹਾਂ ਪਿੰਡਾਂ ਦੇ ਵਿੱਚ ਅਸੀਂ ਤੁਰੇ ਹੀ ਨਹੀਂ। ਕਿੰਨੇ ਕੁ ਪਿੰਡ ਨੇ ਜਿੱਥੇ ਸੀਵਰੇਜ ਪ੍ਰਣਾਲੀ ਹੈ, ਕਿੰਨੇ ਕੁ ਪਿੰਡ ਨੇ, ਬਹੁਤ ਸਾਰੇ ਤਾਂ ਉਹ ਪਿੰਡ ਨੇ, ਉਹ ਘਰ ਨੇ ਜਿੱਥੇ 100-100 ਗਜ ਦੇ ਪਲਾਟ ਨੇ, ਉੱਥੇ ਗਰਕਮੀਆਂ ਟਾਇਲਟ ਬਣੀਆਂ ਹੋਈਆਂ ਨੇ, 15 ਫੁੱਟ ਤੇ ਨਲਕਾ ਲੱਗਿਆ ਹੋਇਆ ਹੈਗਾ। ਅਸੀਂ ਉੱਥੋਂ ਪਾਣੀ ਕੱਢਦੇ ਹਾਂ, ਉੱਥੇ ਹੀ ਜਿਹੜਾ ਪਖਾਨਾ ਦਾ ਮਲ ਤਿਆਗ ਆ ਜਿੰਨਾ ਧਰਤੀ ਦੇ ਵਿੱਚ ਪਾ ਰਹੇ ਹਾਂ। ਜੇ ਹੁਣ ਤੱਕ ਇਹ ਅੰਕੜੇ ਕੱਢ ਲਏ ਜਾਣ ਕਿ ਕੱਲੇ ਪਿੰਡ ਨੂੰ ਕਿੰਨੀ ਗ੍ਰਾਂਟ ਗਈ ਸੀ। ਸਰਕਾਰ 5 ਸਾਲ ਵਾਸਤੇ ਆਉਂਦੀ ਹੈ, 14,000 ਪਿੰਡ ਹੈ, ਜੇ 13,000 ਦੇ ਲਗਭਗ ਪਿੰਡ ਹੈ, ਤਾਂ ਜੇ ਉਹਨਾਂ ਪਿੰਡਾਂ ਦੇ ਵਿੱਚ ਹਰੇਕ ਬਲਾਕ ਦੇ ਵਿੱਚੋਂ 50 ਪਿੰਡ ਵੀ 5 ਸਾਲ ਦੇ ਪਲਾਨ ਦੇ ਵਿੱਚ ਕੀਤੇ ਹੁੰਦੇ, ਹੁਣ ਤੱਕ ਇਹ ਸਾਰਾ ਕੁਝ ਸੌਚ ਮੁਕਤ ਹੋ ਗਏ ਹੁੰਦੇ। ਕਿਹਾ ਤਾਂ ਬਹੁਤ ਕੁਝ ਹੈ, ਕੋਈ ਸ਼ਾਈਨਿੰਗ ਇੰਡੀਆ ਕਹਿੰਦਾ, ਕੋਈ ਕਹਿੰਦਾ ਅਸੀਂ ਆਹ ਕਰ ਦਿਆਂਗੇ, ਪਖਾਨਿਆਂ ਤੋਂ ਦੂਰ ਕਰ ਦਿਆਂਗੇ। ਤੁਸੀਂ ਕਿਵੇਂ ਕਰ ਦਿਓਗੇ? ਉਹਦੇ ਲਈ ਸਹੂਲਤਾਂ ਕੌਣ ਦੇਵੇਗਾ? ਜੇ ਕੋਈ ਸਾਂਝੀ ਜਗ੍ਹਾ ਬਣਦੀ ਹੈ, ਤੁਸੀਂ ਜਾ ਕੇ ਪਿੰਡਾਂ 'ਚ ਦੇਖ ਲਓ, ਜਿਹੜੇ ਹਸਪਤਾਲ ਨੇ, ਸਕੂਲ ਨੇ, ਪਖਾਨੇ ਨੇ, ਕਿਤੇ ਬਣਾ ਦਿਓ, ਉਹਨਾਂ ਦਾ ਹਾਲਤ ਕੀ ਹੈ? ਉਹਨਾਂ ਦੇ ਵਿੱਚ ਵੜਨ ਨੂੰ ਯਤਨ ਨਹੀਂ, ਮਤਲਬ ਦਿਲ ਨਹੀਂ ਕਰਦਾ। ਇਸ ਹੱਦ ਤੱਕ ਅਸੀਂ ਗੰਦਗੀ ਉੱਥੇ ਫੈਲਾ ਦਿੱਤੀ ਹੈ। ਸਾਡੇ ਵੀ ਫਰਜ਼ ਨੇ, ਜੇ ਕੋਈ ਸਰਕਾਰੀ ਜਗ੍ਹਾ ਹੈ ਤਾਂ ਅਸੀਂ ਕੋਈ ਟਾਇਲਟ ਜਾਂਦੇ ਆ ਜਾਂ ਬਾਥਰੂਮ ਜਾਂਦੇ ਆ ਤਾਂ ਉਹਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਹੈ। ਅੱਜ ਤੱਕ ਜਿੰਨੀਆਂ ਗ੍ਰਾਂਟਾਂ ਲੱਗੀਆਂ ਨੇ, ਜੇ ਇਹ ਗ੍ਰਾਂਟਾਂ ਦਾ ਸਹੀ ਪ੍ਰਯੋਗ ਪਿੰਡਾਂ ਦੇ ਵਿੱਚ ਕੀਤਾ ਹੁੰਦਾ, ਸ਼ਹਿਰਾਂ ਦੇ ਵਿੱਚ ਕੀਤਾ ਹੁੰਦਾ, ਤਾਂ ਅੱਜ ਪੰਜਾਬ ਦੁਨੀਆ ਭਰ ਦਾ ਸਭ ਤੋਂ ਮਾਡਲ ਸੂਬਾ ਹੋਣਾ ਸੀ, ਜਿਹੜਾ ਅਸੀਂ ਨਹੀਂ ਕਰ ਸਕੇ। ਸਾਡੀਆਂ ਸਰਕਾਰਾਂ ਦੀਆਂ ਵੀ ਗਲਤੀਆਂ, ਸਾਡੇ ਅਧਿਕਾਰੀਆਂ ਦੀਆਂ ਵੀ ਗਲਤੀਆਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਤੇ ਸਾਡੀਆਂ ਵੀ ਗਲਤੀਆਂ। ਅਸੀਂ ਲੋਕ ਆਪਦੇ ਉਂਗਲ ਦੂਜੇ ਪਾਸੇ ਕਰਦੇ ਆ, ਜਿਹੜੀਆਂ 3 ਉਂਗਲਾਂ ਸਾਡੇ ਵਾਲੇ ਪਾਸੇ ਨੂੰ ਹੁੰਦੀਆਂ ਨੇ, ਉਹਨਾਂ ਨੂੰ ਕਦੇ ਸੋਚਣ ਦਾ ਯਤਨ ਨਹੀਂ ਕੀਤਾ। ਜਦੋਂ ਤੱਕ ਤੁਸੀਂ ਇਸੇ ਗੋਰਖ ਧੰਦੇ ਦੇ ਵਿੱਚ ਇਹਨਾਂ ਨੇ ਤੁਹਾਨੂੰ ਉਲਝਾ ਕੇ ਰੱਖਣਾ, ਬਾਹਰ ਨਹੀਂ ਨਿਕਲਣ ਦੇਣਾ, ਇਹ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿੰਦੇ ਰਹਾਂਗੇ ਜੀ। ਤੇ ਬਿਲਕੁਲ ਸਰਕਾਰਾਂ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਲਈ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਰਣਨੀਤੀ ਕੱਢ ਲਈ ਹੈ। ਆਪੋ ਆਪਣੇ ਜਿਹੜੇ ਰੁੱਸੇ ਹੋਏ ਲੋਕ ਨੇ, ਜਿਹੜੇ ਰੁੱਸੇ ਹੋਏ ਲੀਡਰ ਨੇ, ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੇ ਲਗਾਤਾਰ ਜਾਰੀ ਨੇ। ਸੋ ਇਸੇ ਲੜੀ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਵੀ ਕੈਪਟਨ ਸਾਹਿਬ ਨੇ ਲੱਗਦਾ ਹੈ ਕਿ ਮਨਾ ਲਿਆ, ਕਿਉਂਕਿ ਇੱਕ ਖਬਰ ਆਈ ਹੈ ਕਿ ਸਪੀਕ ਅਪ ਇੰਡੀਆ ਜਿਹੜਾ ਉਹ ਇੱਕ ਮੰਚ ਤਿਆਰ ਕੀਤਾ ਗਿਆ, ਜਿਸ ਦੇ ਜ਼ਰੀਏ 28 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਆਨਲਾਈਨ ਲੋਕਾਂ ਦੇ ਨਾਲ ਗੱਲਬਾਤ ਕਰਨਗੇ। ਤੇ ਇਹ ਇੱਕ ਨਵਜੋਤ ਸਿੰਘ ਸਿੱਧੂ ਵੱਲੋਂ ਕਾਫੀ ਲੰਮੇ ਅਰਸੇ ਤੋਂ ਬਾਅਦ ਇੱਕ ਦੁਬਾਰਾ ਐਂਟਰੀ ਹੈ। ਤਾਂ ਐਂਟਰੀ ਤੇ ਗੱਲ ਕਰਾਂਗੇ। ਇੱਕ ਕਾਲਰ ਸਾਡੇ ਨਾਲ ਐਂਟਰੀ ਮਾਰ ਗਏ ਨੇ ਸੀ, ਉਹਨਾਂ ਨਾਲ ਵੀ ਅਸੀਂ ਗੱਲ ਕਰੀਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਲਖਵਿੰਦਰ ਸਿੰਘ ਸੰਮੇ ਵਾਲੀ ਬੇਨਤੀ ਕਰਦਾ। ਆਓ ਜੀ ਸੰਮੇ ਵਾਲੀ ਜੀ। ਹਾਂਜੀ ਸਰ, ਬੇਨਤੀ ਹੈਗੀ ਹੈ ਵੀ ਕਿਸੇ ਲੀਡਰ ਦਾ ਗੁਨਾਹ ਨਹੀਂ, ਅਸੀਂ ਆਪ ਦੀ ਹਾਲਤ ਦੇ ਆਪ ਜ਼ਿੰਮੇਵਾਰ ਹਾਂ। ਅਸੀਂ ਕਦੀ ਸੁਹਿਰਦ ਹੋ ਕੇ ਵੋਟਾਂ ਨਹੀਂ ਪਾਈਆਂ, ਅਸੀਂ ਕਦੀ ਤੁਹਾਡੇ ਵਰਗੇ ਚੰਗੇ ਪੱਤਰਕਾਰਾਂ ਨੂੰ ਨਹੀਂ ਸੁਣਿਆ। ਅਸੀਂ ਹਮੇਸ਼ਾ ਅਸ਼ੀਲਤਾ ਜਿਹੜੇ ਪ੍ਰੋਗਰਾਮ ਫਲਾਉਂਦੇ ਸੀ ਉਹਨਾਂ ਨੂੰ ਦੇਦੇ ਰਹੇ, 5-5 ਹਜ਼ਾਰ ਲੈ ਕੇ ਵੋਟਾਂ ਪਾਉਂਦੇ ਰਹੇ ਸਰ, ਤੇ ਸਾਡੀ ਹਾਲਤ ਇਹ ਹੀ ਹੋਣੀ ਸੀ। ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਹੀ ਨਹੀਂ ਨਿਕਲੇ। ਬਾਕੀ ਦੀ ਗੱਲ ਸਰ ਸਿੱਧੂ ਸਾਹਿਬ ਦੀ, ਗੱਲਾਂ ਬਾਤਾਂ ਨਾਲ ਸਰ ਕੁਝ ਨਹੀਂ ਹੋਣਾ, ਐਵੇਂ ਸ਼ੇਰ ਪੜਿਆ ਕੁਝ ਨਹੀਂ ਹੋਣਾ ਮਨਪ੍ਰੀਤ ਵਾਂਗੂ।
ਵੀ ਉਹਨੇ ਮੇਰੇ ਤੋਂ 3 ਵਾਰ ਮਾਫੀ ਮੰਗ ਲਈ ਹੈ ਸਰ, ਤੇ ਉਹ ਜਿਹੜਾ ਹੌਲਦਾਰ ਸੀ ਉਹਨੇ ਤਾਂ 13 ਵਾਰ ਮੰਗੀ ਸੀ ਮਾਫੀ, ਪਰ ਇਹ ਨਾ ਤਗੜੇ ਦਾ 20 ਉਸ ਹੌਲਦਾਰ ਨੇ ਕਿੰਨੀਆਂ ਮਿੰਟਾਂ ਕੀਤੀਆਂ ਸੀ, ਉਹਨੇ 500 ਰੁਪਇਆ ਲੈ ਲਿਆ ਹੋਣਾ, ਇਹ ਤਾਂ 6000 ਕੇ ਕਿੰਨੇ ਕਰੋੜਾਂ ਰੁਪਏ ਖਾ ਗਿਆ ਜੀ ਆਪਣਾ ਮੁੱਖ ਸਕੱਤਰ ਸਾਹਿਬ। ਪਰ ਇਹਨੇ ਮੇਰੇ ਤੋਂ 3 ਵਾਰ ਮੰਗ ਲਈ, ਉਹਨੇ ਤਾਂ 13 ਵਾਰ ਮੰਗੀ, ਉਹਨੂੰ ਤਾਂ ਤੂੰ ਮਾਫ ਨਹੀਂ ਕੀਤਾ। ਲੀਡਰ ਨਹੀਂ ਸਰ ਜ਼ਿੰਮੇਵਾਰ, ਅਸੀਂ ਖੁਦ ਜ਼ਿੰਮੇਵਾਰ ਆ। ਅਸੀਂ ਕਦੀ ਸਵੇਰ ਤੋਂ ਕੇ ਵੋਟਾਂ ਨਹੀਂ ਪਾਈਆਂ, ਕਦੀ 5 ਮਿੰਟ ਨਹੀਂ ਦਿੱਤੇ ਵੋਟ ਪਾਉਣ ਤੋਂ ਪਹਿਲਾਂ ਵੀ ਅਸੀਂ ਕਿਵੇਂ ਬਚਦੇ ਆ ਕਿਵੇਂ ਮਰਦੇ ਆ। ਥੈਂਕ ਯੂ ਸਰ ਜੀ, ਧੰਨਵਾਦ ਬਹੁਤ ਬਹੁਤ। ਇੱਕ ਕਾਲਰ ਹੋਰ ਨੇ ਢਿੱਲੋਂ ਸਾਹਿਬ, ਆਪਾਂ ਪਹਿਲਾਂ ਉਹਨਾਂ ਨੂੰ ਲੈ ਲਈਏ। ਸਵਾਗਤ ਹੈ ਜੀ ਤੁਹਾਡਾ। ਮੈਨੂੰ ਲੱਗਦਾ ਜਿਹੜੀ ਕਾਲ ਹੈ ਡ੍ਰੌਪ ਹੋ ਗਈ। ਢਿੱਲੋਂ ਸਾਹਿਬ, ਇਹਨਾਂ ਨੇ ਜਿਹੜੀ ਗੱਲ ਕੀਤੀ ਆ ਕਿ ਅਕਸਰ ਸਾਡੇ ਜਿਹੜੇ ਲੋਕ ਨੇ ਉਹ ਉਹਨਾਂ ਪਿੱਛੇ ਲੱਗ ਜਾਂਦੇ ਨੇ ਜਿਹੜੇ ਕਿ ਚੰਗੀਆਂ ਗੱਲਾਂ ਸੁਣਾਉਂਦੇ ਨੇ, ਭਾਵੇਂ ਅਸੀਂ ਭਗਵੰਤ ਮਾਨ ਦੀ ਗੱਲ ਲਈਏ, ਭਾਵੇਂ ਅਸੀਂ ਸੁਖਪਾਲ ਖਹਿਰਾ ਦੀ ਗੱਲ ਲਈਏ, ਭਾਵੇਂ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਲਈਏ, ਹੈ ਨਾ, ਕਿ ਲੋਕਾਂ ਨੇ ਭਗਵੰਤ ਮਾਨ ਨੂੰ ਜਿਤਾਇਆ, ਉਸ ਤੋਂ ਬਾਅਦ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਖਿਲਾਫ ਹੋ ਗਏ ਨੇ। ਦੇਖੋ ਨਵਦੀਪ, ਭਗਵੰਤ ਮਾਨ ਦੀ ਤੁਸੀਂ ਭਾਵੇਂ ਉਹਦੇ ਖਿਲਾਫ ਹੋਣ, ਮੈਂ ਉਹਦੇ ਖਿਲਾਫ ਨਹੀਂ ਹੈਗਾ। ਭਗਵੰਤ ਮਾਨ ਨੇ ਜਿੰਨਾ ਪਾਰਲੀਮੈਂਟ ਦੇ ਵਿੱਚ ਸਾਡੇ ਮੁੱਦੇ ਉਠਾਏ ਨੇ, ਉਹਨਾਂ ਮੈਨੂੰ ਕੋਈ ਦੂਜਾ ਨਾਂ ਦੱਸੋ ਵੀ ਕਿਹੜਾ ਬੰਦਾ ਹੈਗਾ ਜਿਹਨੇ ਉੱਥੇ ਮੁੱਦੇ ਉਠਾਏ ਨੇ। ਮੁੱਦੇ ਉਠਾਉਣ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਹਾਜ਼ਰੀ ਦੇ ਰੂਪ ਦੇ ਵਿੱਚ ਭਗਵੰਤ ਮਾਨ ਦਾ ਕੋਈ ਮੁਕਾਬਲਾ ਨਹੀਂ, ਔਰ ਸਰਲ ਭਾਸ਼ਾ ਦੇ ਵਿੱਚ, ਲੋਕਾਂ ਦੀ ਭਾਸ਼ਾ ਦੇ ਵਿੱਚ ਉਹ ਗੱਲ ਉੱਥੇ ਰੱਖਦੇ ਨੇ। ਨਵਜੋਤ ਸਿੱਧੂ ਹੋਰਾਂ ਬਾਰੇ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਉਹਦੀਆਂ 3 ਉਦਾਹਰਨਾਂ ਨੇ ਜਿਹੜੀਆਂ ਉਹ 13 ਮਾਰਚ 2017 ਨੂੰ ਸਹੁੰ ਚੁੱਕਦੇ ਨੇ ਸਰਕਾਰ ਦੀ, ਤੇ 23 ਮਾਰਚ 2017 ਨੂੰ ਖਟਕੜ ਕਲਾਂ ਜਾਂਦੇ ਨੇ। ਭਗਤ ਸਿੰਘ ਦੇ ਅਜਾਇਬ ਘਰ ਦੇ ਉੱਤੇ ਸਾਡੇ ਤੇ ਲਾਹਨਤ ਹੈ ਕਿ ਭਗਤ ਸਿੰਘ ਦਾ ਅਜਾਇਬ ਘਰ ਜਿਹੜੀ 10 ਸਾਲ ਪਿੱਛੇ ਇੱਥੇ ਰਹਿ ਕੇ ਗਏ ਨੇ, ਉਹਨਾਂ ਦੀ ਸਰਕਾਰ ਦੇ ਵੇਲੇ ਉਹਦਾ ਕਨੈਕਸ਼ਨ ਕੱਟਿਆ ਗਿਆ ਕਿਉਂਕਿ ਬਿਜਲੀ ਦਾ ਬਿੱਲ ਨਹੀਂ ਭਰਿਆ। ਤੇ ਟਾਰਾਂ ਅਸੀਂ ਕਾਹਦੀਆਂ ਮਾਰਦੇ ਆ ਉੱਤੇ ਖੜ ਕੇ। ਉਹਦੇ ਲਈ ਜ਼ਿੰਮੇਵਾਰ ਕੌਣ ਸੀ? ਮੌਜੂਦਾ ਸਰਕਾਰ ਨੇ ਵੀ ਉਹਦੇ ਲਈ ਜਿਹੜੇ ਜ਼ਿੰਮੇਵਾਰ ਸੀ ਉੱਤੇ ਕੋਈ ਕਦਮ ਨਹੀਂ ਚੁੱਕਿਆ, ਉਹਨੇ ਬਿੱਲ ਆਪਦੀ ਜੇਬ ਚੋਂ ਭਰਿਆ। ਪ੍ਰੋਫੈਸਰ ਅਜਮੇਰ ਸਿੰਘ ਔਲਖ ਬਹੁਤ ਵੱਡੇ ਨਾਟਕਕਾਰ ਸੀ, ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ ਸੀ। ਉਹਨਾਂ ਦੇ ਬਿਮਾਰ ਫੋਰਟਸ ਦੇ ਵਿੱਚੋਂ 8 ਲੱਖ ਦੇ ਕਰੀਬ ਚੈੱਕ ਕਿਹਨੇ ਦਿੱਤਾ? ਨਵਜੋਤ ਸਿੰਘ ਸਿੱਧੂ ਨੇ ਦਿੱਤਾ। 10 ਕਿਸਾਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਫਸਲ ਸੜ ਗਈ, 2.5 ਲੱਖ ਰੁਪਈਆ, 25 ਲੱਖ ਰੁਪਈਆ ਉਹਨੇ ਦਿੱਤਾ। ਜਦੋਂ ਆਪਣਾ ਦੁਸਹਿਰਾ ਹਾਦਸਾ ਵਾਪਰਿਆ, ਰੇਲਵੇ ਟਰੈਕ ਤੇ ਚੜ੍ਹਨਾ ਗੁਨਾਹ ਆ, ਉੱਥੇ ਲੋਕਾਂ ਨੇ ਧਮੱਚਣ ਪਾਇਆ, ਕਿਹਨੇ ਆ ਉਹਦੇ ਲਈ ਉਹਨੂੰ ਜ਼ਿੰਮੇਵਾਰ ਠਹਿਰਾਉਣ ਦਾ ਕਿਵੇਂ ਅੱਡੀਆਂ ਚੱਕ ਕੇ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਸ਼ਾਮਲ ਆ ਉਹ ਤੇ ਜਿਹੜੇ ਉਹਦੇ ਵਿਰੋਧੀ ਨੇ ਕਿਵੇਂ ਕੰਮ ਕੀਤਾ। ਕਿਸੇ ਬੰਦੇ ਦੀਆਂ ਨੀਤੀਆਂ ਤੋਂ ਹੀ ਪਤਾ ਲੱਗਦਾ ਨਾ ਕਿ ਉਹ ਤੋਂ, ਜਿਵੇਂ ਅਨਿਲ ਕਪੂਰ ਨੂੰ ਜਦੋਂ ਜਿਹੜੀ ਫਿਲਮ ਆਈ ਸੀ ਉਹਨਾਂ ਦੀ ਆਪਣਾ ਜਿਹਦੇ ਵਿੱਚ ਉਹ 1 ਦਿਨ ਦਾ ਮੁੱਖ ਮੰਤਰੀ ਬਣਦੇ ਨੇ, ਉਹਦੇ ਵਿੱਚ ਤੁਸੀਂ ਦੇਖੋ ਕਿ ਨਾਇਕ ਉਹਦੇ ਵਿੱਚ ਪਰੇਸ਼ ਰਾਵਲ ਕਹਿੰਦਾ, ਉਹ ਜ਼ਖਮੀ ਹੋਇਆ ਪਿਆ, ਬਾਹਰ ਲੋਕਾਂ ਦਾ ਇਕੱਠ ਹੈ, ਉਹ ਕਹਿੰਦਾ ਵੀ ਮੈਂ ਫਰੈਂਡ ਦੇ ਨਾਲ ਜਾਵਾਂਗਾ, ਉੱਥੇ ਜਾ ਕੇ ਕੁਲਫੀ ਖਾਵਾਂਗਾ, ਫਲਾਨਾ ਕਰਾਂਗਾ, ਕਹਿੰਦਾ ਤੂੰ ਆਹ ਕਰਦਾ ਫਿਰਦਾ ਹੈ, ਤੈਨੂੰ ਤਾਂ ਲੋਕ ਬਾਹਰ ਹੱਥਾਂ ਤੇ ਚੱਕ ਕੇ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਨੇ ਕਿਉਂਕਿ ਤੇਰਾ 1 ਦਿਨ ਦਾ ਸੀਨ ਲੋਕਾਂ ਨੇ ਦੇਖਿਆ। ਅੱਜ ਲੋਕਾਂ ਦੇ ਵਿੱਚ ਨਵਜੋਤ ਸਿੱਧੂ ਹੋਰਾਂ ਦੇ ਪ੍ਰਤੀ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਹੋ ਸਕਦਾ ਉਹ ਵੀ ਕਾਮਯਾਬ ਨਾ ਹੋਣ, ਪਰ ਲੋਕਾਂ ਦੇ ਵਿੱਚ ਇੱਕ ਆਸ ਦੀ ਕਿਰਨ ਹੈ ਕਿ ਜੇ ਸਿੱਧੂ ਵਰਗਾ ਬੰਦਾ ਦੇਸ਼ ਦੀ ਜਾਂ ਸੂਬੇ ਦੀ ਬਾਗਡੋਰ ਸੰਭਾਲਦਾ ਹੈ ਤਾਂ ਉਸ ਤੋਂ ਆਸ ਰੱਖੀ ਜਾ ਸਕਦੀ ਹੈ। ਜਿਵੇਂ ਕੇਜਰੀਵਾਲ ਤੋਂ ਲੋਕਾਂ ਨੂੰ ਆਸ ਸੀ, ਕੇਜਰੀਵਾਲ ਨੇ ਬਹੁਤ ਸਾਰੇ ਕੰਮ ਕੀਤੇ ਹੈ, ਅੱਜ ਲੋਕ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਦੇ ਹੈ। ਜਿਹੜਾ ਹੈਲਦੀ ਕ੍ਰਿਟਿਸਿਜ਼ਮ ਹੈ ਹੋਣਾ ਚਾਹੀਦਾ ਹੈ, ਐਵੇਂ ਨਹੀਂ ਬਾਤ ਦਾ ਪਤੰਗੜ ਬਣਾਉਣਾ ਚਾਹੀਦਾ। ਜੇ ਉਹਨੇ ਦਿੱਲੀ ਦੇ ਵਿੱਚ ਚੰਦ ਚੰਗੇ ਕੰਮ ਕੀਤੇ ਨੇ ਉਹ ਦੂਜੇ ਰਾਜਾਂ ਨੂੰ ਵੀ ਕਰ ਲੈਣੇ ਚਾਹੀਦੇ ਨੇ। ਜੇ ਉਹਨਾਂ ਨੇ ਨਹੀਂ ਕੀਤਾ, ਅੱਜ ਲੋਕ ਨਵਜੋਤ ਸਿੱਧੂ ਤੇ ਟਿਕ ਹੀ ਲਾਈ ਬੈਠੇ ਨੇ। 28 ਤਰੀਕ ਨੂੰ ਲੰਬੀ ਚੁੱਪੀ ਤੋਂ ਬਾਅਦ ਉਹ ਕੀ ਬੋਲਦੇ ਨੇ ਇਹ ਜਿਹੜਾ ਹੈਗਾ ਉਸ ਦਿਨ ਪਤਾ ਲੱਗੇਗਾ। ਪਰ ਕੇਂਦਰੀ ਹਾਈ ਕਮਾਂਡ ਕਾਂਗਰਸ ਨੇ ਜੇ ਉਹਨਾਂ ਨੂੰ ਮੌਕਾ ਦਿੱਤਾ ਤਾਂ ਉਹ ਸਿੱਧੂ ਦੇ ਚੰਮ ਨੂੰ ਨਹੀਂ ਦਿੱਤਾ, ਸਿੱਧੂ ਦੇ ਕੰਮ ਨੂੰ ਦਿੱਤਾ। ਬਿਲਕੁਲ ਢਿੱਲੋਂ ਸਾਹਿਬ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਾਡੇ ਦਰਸ਼ਕ ਵੀ ਨੇ ਜਿਹੜੇ ਉਹ ਬਹੁਤ ਖੁਸ਼ ਹੋਣਗੇ ਇੰਨੀ ਵਧੀਆ ਜਾਣਕਾਰੀ ਹਾਸਲ ਕਰਕੇ। ਤਾਂ ਹੁਣ ਤਾਂ ਫਿਰ ਆਪਾਂ ਆਉਣ ਵਾਲਾ ਟਾਈਮ ਯਾਨੀ ਕਿ 28 ਤਰੀਕ ਦੀ ਸਭ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੇਟ ਹੋਏਗੀ ਕਿ ਸਿੱਧੂ ਆਖਿਰਕਾਰ ਕੀ ਕਹਿੰਦੇ ਨੇ ਸਰਕਾਰਾਂ ਬਾਰੇ, ਕੀ ਕਹਿੰਦੇ ਨੇ ਸਾਡੀ ਆਵਾਮ ਬਾਰੇ, ਇਹ ਵੀ ਉਸ ਦਿਨ ਸੁਣਨਾ ਹੋਵੇਗਾ ਹੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੇ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਨੇ। ਵਾਰ-ਵਾਰ ਮੈਂ ਇਹ ਗੱਲ ਕਹਿੰਦੀ ਹਾਂ, ਚੰਗੇ ਜਾਂ ਮਾੜੇ ਜਿਹੜੇ ਸੁਝਾਅ ਨੇ ਸਿਰ ਮੱਥੇ ਹੁੰਦੇ ਨੇ। ਸੋ ਮਿਲਾਂਗੇ ਆਪਾਂ ਅਗਲੇ ਹਫਤੇ ਇਸੇ ਹੀ ਪ੍ਰੋਗਰਾਮ ਦੇ ਵਿੱਚ। ਤਦ ਤੱਕ ਮੈਨੂੰ ਢਿੱਲੋਂ ਸਾਹਿਬ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।